ਨਾਲ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਉਹ ਚੀਜ਼ਾਂ ਨੂੰ ਆਪਣੇ ਆਸ-ਪਾਸ ਰੱਖੋ। ਬਿਲਕੁਲ, ਬਹੁਤ ਜ਼ਰੂਰੀ ਹੈ। ਕਬੀਰ ਦਾ ਦੋਹਾ ਵੀ ਹੈ ਨਾ, ਕਾਲ करे सो आज करे सो अब, पल में परले होएगी, बहुरी करेगा कब। बिल्कुल, और रिपीट करते रहो और अपनी कैपेबिलिटी ਤੇ ਡਾਊਟ ਕਰਨਾ। ਮੈਨੂੰ ਅਨਸਕਸੈਸਫੁਲ ਹੋਣਾ ਪਏ ਉਸ ਤੋਂ ਚੰਗਾ ਮੈਂ ਕਰਾਂ ਹੀ ਨਾ। ਰੀਅਲੀ ਹੁਣ ਮੈਂ ਇੱਕ ਪੂਰੇ ਘਰ ਦੀ ਸਫਾਈ ਕਰਨੀ ਹੈ, 4 ਘੰਟੇ ਮੈਨੂੰ ਲੱਗ ਜਾਂਦੇ ਆ। 4 ਘੰਟੇ ਇਟਸ ਅ ਬਿਗ ਅਮਾਊਂਟ ਆਫ ਟਾਈਮ। ਤਾਂ ਉਹ ਆਪਾਂ ਪੁੱਟ ਆਫ ਕਰ ਦਿੰਦੇ ਆ। ਯੂਜੂਅਲੀ ਕੀ ਹੈ ਕਿ ਇਹ ਸਾਈਕਲ ਕਿਸ ਤਰ੍ਹਾਂ ਮੇਨਟੇਨ ਹੁੰਦਾ ਹੈ ਕਿ ਅਸੀਂ ਰਾਦਰ ਦੈਨ ਲੌਂਗ ਟਰਮ ਗੇਨਸ ਦੇਖਣ ਦੀ ਬਜਾਏ ਅਸੀਂ ਸ਼ਾਰਟ ਟਰਮ ਗੇਨ ਸਾਨੂੰ ਕੀ ਹੋ ਰਿਹਾ ਅਸੀਂ ਉੱਤੇ ਫੋਕਸ ਕਰਦੇ ਰਾਦਰ ਦੈਨ ਫਿਊਚਰ 'ਚ ਇਹ ਕੰਮ ਸਾਨੂੰ ਕਿਸ ਤਰ੍ਹਾਂ ਐਡਵਾਂਟੇਜ ਦਊਗਾ, ਕਿਸ ਤਰ੍ਹਾਂ ਬੈਨੀਫੀਸ਼ੀਅਲ ਰਹੇਗਾ। ਅਸੀਂ ਕਹਿੰਦੇ ਰਾਈਟ ਅਵੇ ਮੈਨੂੰ ਕੀ ਰਿਸਪੌਂਸ ਰਿਵਾਰਡ ਮਿਲੇਗਾ। ਪ੍ਰੀਵੀਅਸ ਐਕਸਪੀਰੀਐਂਸਿਸ ਹੁੰਦੇ ਨੇ, ਕਈ ਵਾਰੀ ਉਹ ਉਸ ਕੰਮ ਦੇ ਨਾਲ ਬਹੁਤ ਅੱਛੇ ਨਹੀਂ ਹੁੰਦੇ ਤੇ ਹੁਣ ਜਦੋਂ ਸਾਡੇ ਸਾਹਮਣੇ ਉਹੀ ਕੰਮ ਵਾਪਸ ਆ ਗਿਆ ਤੇ ਉਹ ਮੈਮਰੀਜ਼ ਵਾਪਸ ਆ ਗਈਆਂ ਕਿ ਨਹੀਂ ਅਸੀਂ ਸਾਡੀ ਲਰਨਿੰਗ ਸਾਡੇ ਨਾਲ ਰਹਿੰਦੀ ਹੈ ਕਿ ਪਿਛਲੀ ਵਾਰੀ ਮੈਨੂੰ ਇਹ ਐਕਸਪੀਰੀਅੰਸ ਹੋਇਆ ਸੀ, ਇਸ ਵਾਰੀ ਅੱਛਾ ਹੋਏਗਾ, ਇਸ ਵਾਰੀ ਵੀ ਉਸ ਤਰ੍ਹਾਂ ਹੀ ਰਹੇਗਾ। ਪਿਛਲੀ ਵਾਰੀ ਅੱਛਾ ਹੋਇਆ, ਰਿਵਾਰਡਿੰਗ ਰਿਹਾ, ਤਾਂ ਇਸ ਵਾਰੀ ਵੀ ਰਿਵਾਰਡਿੰਗ ਰਹੇਗਾ। यानी ਅਸੀਂ ਆਪਣੇ ਆਪ ਦੇ ਨਾਲ ਝੂਠ बोलना शुरू कर देते हैं। अब हाँ, ट्रिक हमारा ब्रेन हमें ट्रिक करता है ना इसमें, और हम उसमें पार्टिसिपेट करते हैं। हम आजकल टाइम टू टाइम, मिनट टू मिनट आजकल हमारा लाइफ चलती है। आप अपना कैसे प्रूव करेंगे अपने बॉस को, अपनी कंपनी को कि हाँ भाई हमें रखो अपने साथ, कंटिन्यू करो, या इवन इफ यू वांट टू ग्रो इन योर करियर, सो इट्स अ बिग टैग ऑन यू। इसने कभी टाइम पे काम खत्म करना नहीं है। सोच लो, बड़े डिसीजंस आएंगे, ग्रेजुअली हमारी बॉडी की इम्यूनिटी लो होती है, राइट। सो स्ट्रेस इटसेल्फ इज नॉट अ कॉज ऑफ प्रोक्रेस्टिनेशन, बट एक बाई प्रोडक्ट है प्रोक्रेस्टिनेशन का, एंड देन इट पाइल्स ऑन। इम्यूनिटी ख़त्म हो गई, स्ट्रेस हो गया, मेरे को इतनी एंग्जाइटी हो गई कि मैं सिर्फ उसी के बारे में सोच रही हूँ कि हाँ काम करना है, बट मेरी एनर्जी जो है, मेरे एफर्ट जो है वो काम की तरफ नहीं जा रहे, वो सिर्फ चिंता की तरफ जा रहे हैं। पढ़ाई कर रहे हैं, अगर आप स्टूडेंट हैं तो इसका इफेक्ट और आपकी स्टडीज़ में आगे की भी, एक पेपर ख़राब हो गया अगला भी। इंजन ऑयल चेंज कराना सी मेरी नवीं गड्डी ਦਾ 2020 ਦੀ ਸੀ ਤੇ ਭੁੱਲ ਗਏ ਜਾਂ ਹੁੰਦਾ ਨਾ ਅੱਛਾ ਟਾਲ ਮਟੋਲ ਅੱਜ ਕਰ ਲਾਂਗੇ ਕੱਲ ਕਰ ਲਾਂਗੇ ਤੇ ਉਹ ਕਹਿੰਦੇ ਬੜਾ ਨੁਕਸਾਨ ਹੋ ਗਿਆ ਫਿਰ ਇੰਜਨ ਦਾ। ਕਿਸੇ ਨੂੰ ਡਰਿੰਕ ਕਰਨ ਦੀ ਬਹੁਤ ਆਦਤ ਹੋਵੇ ਤਾਂ ਪਹਿਲੇ ਮੰਨ ਲੈਣਾ ਜ਼ਰੂਰੀ ਹੈ ਕਿ ਮੈਂ ਡਰਿੰਕ ਕਰ ਰਿਹਾ। ਅਦਰਵਾਈਜ਼ ਤਾਂ ਬਹਾਨੇ ਬਹੁਤ ਨੇ ਕਿ ਫਰੈਂਡਸ ਨੇ ਜ਼ੋਰ ਲਗਾਤਾ ਸੀ ਜਾਂ ਓਕੇਜ਼ਨ ਇਸ ਤਰ੍ਹਾਂ ਦਾ ਸੀ ਜਾਂ এনवायरमेंट। ਜੇ ਅਸੀਂ ਰੈਕਗਨਾਈਜ਼ ਕਰ ਲਈਏ ਕਿ ਅਸੀਂ ਵਾਕਈ ਦੇ ਵਿੱਚ ਕੰਮ ਨੂੰ ਟਾਲ ਰਹੇ ਹਾਂ ਤੇ ਅਸੀਂ ਬਿਜ਼ੀ ਹਾਂ ਨਹੀਂ ਇੰਨੇ, ਬਟ ਅਸੀਂ ਆਪਣੇ ਆਪ ਕਿਤੇ ਨਾ ਕਿਤੇ ਸਾਡੇ ਅੰਦਰ ਕੁਝ ਪ੍ਰੋਸੈਸ ਚੱਲ ਰਹੀ ਹੈ। ਨਵਾਂ ਸਾਲ ਬਹੁਤ ਕਰੀਬ ਹੈ ਹੁਣ ਤੇ ਅਸੀਂ ਨਵੇਂ ਸਾਲ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਗੱਲਾਂ ਬਾਤਾਂ ਜੁੜੀਆਂ ਹੋਈਆਂ ਹੁੰਦੀਆਂ ਨੇ। ਹਾਂ, ਉਹ ਗੱਲਾਂ ਬਾਤਾਂ ਸਾਡੀਆਂ ਸਾਰਿਆਂ ਦੀਆਂ ਆਪਣੀਆਂ ਆਪਣੀਆਂ ਹੁੰਦੀਆਂ ਨੇ। ਕੁਛ ਰੈਜ਼ੋਲਿਊਸ਼ਨਸ ਕਹਿ ਲਓ, ਕੁਛ ਕੰਮ ਅਟਕੇ ਹੋਏ ਨੇ ਜੋ ਪੂਰੇ ਕਰਨੇ ਨੇ, ਅਸੀਂ ਆਪਾਂ ਅਗਲੇ ਸਾਲ ਤਾਂ ਜ਼ਰੂਰ ਕਰਨੇ ਨੇ। ਅਤੇ ਜਿੱਥੇ ਗੱਲ ਕੰਮ ਦੀ ਹੋਵੇ ਉੱਥੇ ਉਹ ਕਰਨਾ ਹੀ ਹੈ, ਇਹ ਗੱਲ ਜ਼ਰੂਰ ਆਉਂਦੀ ਹੈ ਕਿਉਂਕਿ ਕੰਮ ਹੈ, ਕਰਨਾ ਹੀ ਹੈ। ਹੁਣ ਇਹ ਹੋ ਸਕਦਾ ਹੈ ਕਿ ਉਹ ਕੰਮ ਕਿੰਨਾ ਜ਼ਰੂਰੀ ਹੈ, ਉਹ ਕੰਮ ਕਿੰਨਾ ਵੱਡਾ ਹੈ, ਉਹ ਕੰਮ ਕਦੋਂ ਤੱਕ ਕਰਨਾ ਹੈ। ਇਹ ਫੈਕਟਰਸ ਜੋ ਨੇ ਇਹ ਅਸਰ ਕਰਦੇ ਨੇ ਕਿ ਅਸੀਂ ਉਹ ਕੰਮ ਕਿੰਨੇ ਇੰਟਰਸਟ ਨਾਲ ਕਰ ਰਹੇ ਹਾਂ, ਕਦੋਂ ਕਰ ਰਹੇ ਹਾਂ, ਕਿੰਨਾ ਜਲਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਕਈ ਵਾਰੀ ਆਲਸ, ਚਲੋ ਛੱਡੋ, ਠੰਡ ਬਹੁਤ ਹੈ ਅੱਜ, ਚਲੋ ਛੱਡੋ, ਹਜੇ ਬਹੁਤ ਦਿਨ ਪਏ ਨੇ, ਕਰ ਲਾਂਗੇ। ਲੇਕਿਨ ਕੀ ਸਿਰਫ ਉਹ ਆਲਸ ਹੈ ਜਾਂ ਅਸੀਂ ਟਾਲ ਮਟੋਲ ਕਰ ਰਹੇ ਹਾਂ? ਯਾਨੀ ਪ੍ਰੋਕ੍ਰੈਸਟੀਨੇਸ਼ਨ, ਰਿਸਰਚਿਸ ਕਹਿੰਦੀਆਂ ਨੇ ਕਿ ਇਹ ਇੱਕ ਤਰ੍ਹਾਂ ਦੀ ਟਰੈਪ ਹੈ ਜਿਹਦੇ ਵਿੱਚ 95% ਲੋਕ ਕੁਝ ਹੱਦ ਤੱਕ ਫਸ ਹੀ ਜਾਂਦੇ ਨੇ। ਹੁਣ ਸਾਡੇ ਨਾਲ ਜ਼ਰੂਰ ਇਹ ਜੋ ਗੱਲਬਾਤ ਹੈ ਇਹਦੇ ਵਿੱਚ ਸਾਨੂੰ ਐਕਸਪਰਟੀਜ਼ ਦੀ ਲੋੜ ਹੈ ਕਿ ਕਿਉਂ ਹੁੰਦਾ ਇਸ ਤਰ੍ਹਾਂ, ਕਾਰਨ ਕੀ ਨੇ, ਕੀ ਕੀਤਾ ਜਾ ਸਕਦਾ ਹੈ। ਅਤੇ ਮੇਰੇ ਨਾਲ ਸ਼ਾਮਿਲ ਹੋ ਰਹੇ ਨੇ ਅੱਜ ਰਜਿਸਟਰਡ ਸਾਈਕੋਲੋਜਿਸਟ ਵਿਦ ਦ ਕਾਲਜ ਆਫ ਐਲਬਰਟਾ ਸਾਈਕੋਲੋਜਿਸਟ, ਮੈਂਬਰ ਨੇ ਸਾਈਕੋਲੋਜਿਸਟ ਐਸੋਸੀਏਸ਼ਨ ਆਫ ਐਲਬਰਟਾ ਦੇ, ਗਾਇਤਰੀ ਕੈਂਥ। ਇਹਨਾਂ ਕੋਲ 22 ਸਾਲ ਤੋਂ ਜ਼ਿਆਦਾ ਦਾ ਐਕਸਪੀਰੀਅੰਸ ਹੈ, ਕਾਉਂਸਲਿੰਗ ਪ੍ਰੋਵਾਈਡ ਕਰ ਰਹੇ ਨੇ। ਆਪਣੇ ਕੰਮ ਕਰਨ ਦੇ ਵਿੱਚ ਹੁਣੇ ਮੇਰੀ ਗੱਲਬਾਤ ਹੋ ਰਹੀ ਸੀ, ਕਹਿੰਦੇ ਮੈਨੂੰ ਬਹੁਤ ਮਜ਼ਾ ਆਉਂਦਾ ਆਪਣਾ ਕੰਮ ਕਰਨ 'ਚ। ਬੱਚੇ ਵੱਡੇ, ਟੀਨੇਜਰਸ, ਕਪਲਸ, ਫੈਮਲੀਜ਼, ਬਲੈਂਡਡ ਫੈਮਲੀਜ਼। ਹੁਣ ਗੱਲਬਾਤ ਕਰਦੇ ਹਾਂ ਗਾਇਤਰੀ ਜੀ ਨਾਲ। ਗਾਇਤਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਮੀਨੂ ਜੀ। ਹੁਣ ਜਿਵੇਂ ਅਸੀਂ ਗੱਲਬਾਤ ਥੋੜ੍ਹੀ ਦੇਰ ਪਹਿਲਾਂ ਵੀ ਕਰ ਹੀ ਰਹੇ ਸੀ, ਇਹ ਟਰਮ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਹਿੰਦੀ ਪੰਜਾਬੀ 'ਚ ਗੱਲ ਕਰੀਏ ਟਾਲ ਮਟੋਲ ਕੰਮ ਦੀ, ਇਹ ਹੁੰਦਾ ਕੀ ਹੈ ਵੈਸੇ?
ਯੂਜੂਅਲੀ ਆਪਾਂ ਕਹਿ ਦਿੰਦੇ ਆ ਡੀਲੇ ਹੋ ਗਿਆ, ਅਸੀਂ ਦੇਰ ਕਰਤੀ, ਅਸੀਂ ਵਿਲੰਬ ਕਰਤਾ ਹੈ ਨਾ ਆਪਣਾ ਕੰਮ ਕਰਨ 'ਚ, ਬਟ ਪ੍ਰੋਕ੍ਰੈਸਟੀਨੇਸ਼ਨ ਬੜੀ ਟੈਕਨੀਕਲ ਟਰਮ ਹੈ ਜਿਹੜੀ ਡੀਲੇ ਤੋਂ ਡਿਫਰੈਂਟ ਹੈ, ਜਿਹੜੀ ਅਸੀਂ ਸਿਰਫ ਦੇਰ ਕਰਨਾ ਨਹੀਂ ਹੈ ਨਾ। ਦੇਰ ਕਰਨਾ ਹੁੰਦਾ ਹੈ ਉਹ ਪਰਪਸਫੁਲ ਹੁੰਦਾ, ਆਪਾਂ ਉਹਨੂੰ ਚੂਜ਼ ਕਰ ਸਕਦੇ ਹਾਂ ਦੇਰ ਕਰਨਾ। ਜਿਸ ਤਰ੍ਹਾਂ ਕਿ ਕਈ ਵਾਰੀ ਅਸੀਂ ਦੇਰ ਕਰਤੀ, ਉਹ ਸਾਨੂੰ ਸੂਟ ਕਰਦਾ। ਜਿਸ ਤਰ੍ਹਾਂ ਹੁਣ ਅੱਜ ਮੈਂ ਇੱਥੇ ਆਈ ਹਾਂ ਅੱਜ ਇਹ ਸ਼ੋਅ ਕਰਨ, ਸਾਨੂੰ ਦੋਨਾਂ ਨੂੰ ਸੂਟ ਕੀਤਾ ਕਿ ਅੱਜ ਇਹਦਾ ਟਾਈਮ ਦਾ ਸਕੈਡਿਊਲ ਸਾਡਾ ਵਰਕ ਕਰ ਰਿਹਾ, ਤਾਂ ਮੈਂ ਇੱਥੇ ਆ ਗਈ ਹੈ ਨਾ। ਆਪਾਂ ਚੂਜ਼ ਕੀਤਾ ਇਹ ਡੀਲੇ ਕਰਨਾ। ਕਈ ਵਾਰੀ ਇਨਐਵਿਟੇਬਲ ਹੋ ਜਾਂਦਾ ਡੀਲੇ ਕਰਨਾ ਕਿ ਅੱਜ ਮੈਂ ਇੱਥੇ ਨਹੀਂ ਆ ਪਾਈ, ਵੈਦਰ ਖਰਾਬ ਹੋ ਗਿਆ, ਬਿਮਾਰ ਹੋ ਗਏ, ਤਾਂ ਉਹ ਡੀਲੇ ਪਰਪਸਫੁਲ ਵੀ ਹੋ ਗਈ, ਅਸੀਂ ਇਨਐਵਿਟੇਬਲ ਹੈ, ਸਾਡੀ ਤਬੀਅਤ ਆਪਣੇ ਹੱਥ 'ਚ ਨਹੀਂ ਹੈ। ਕਈ ਵਾਰੀ ਗੁੱਡ ਆਈਡੀਆ ਵੀ ਹੁੰਦਾ ਡੀਲੇ ਕਰਨਾ, ਆਪਾਂ ਓਪਰਚੁਨਿਟੀ ਦੇਖਦੇ ਹਾਂ ਕਿ ਕਦ ਆਪਾਂ ਨੂੰ ਕਰਨਾ। ਜਿਸ ਤਰ੍ਹਾਂ ਸਪੋਜ਼ ਆਪਾਂ ਰੋਸ਼ਨੀ ਪ੍ਰੋਗਰਾਮ ਕਰਨਾ, ਡਾਇਬਟੀਜ਼ ਬਾਰੇ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਆਪਾਂ ਵੇਟ ਕਰ ਲੈਂਦੇ, ਵਰਲਡ ਡਾਇਬਟੀਜ਼ ਡੇ ਆਏਗਾ ਉਸ ਸਮੇਂ ਕਰ ਲਾਂਗੇ ਹੈ ਨਾ। ਤਾਂ ਡੀਲੇ ਦਾ ਇੱਕ ਐਂਡ ਹੁੰਦਾ, ਡੀਲੇ ਆਪਾਂ ਪਰਪਸਫੁਲੀ ਚੂਜ਼ ਕਰ ਸਕਦੇ ਹਾਂ, ਤਾਂ ਕਈ ਵਾਰੀ ਆਪਾਂ ਉਹਨੂੰ ਨਹੀਂ ਵੀ ਆਪਣੇ ਕੰਟਰੋਲ 'ਚ ਹੁੰਦੀ। ਲੇਕਿਨ ਜਦ ਅਸੀਂ ਗੱਲ ਕਰੀਏ ਪ੍ਰੋਕ੍ਰੈਸਟੀਨੇਸ਼ਨ ਦੀ, ਤਾਂ ਇਹ ਇੱਕ ਬਹੁਤ ਹੀ ਜ਼ਿਆਦਾ ਕਹੀਏ ਅਵੋਇਡ ਕਰਨ ਦੀ ਪ੍ਰੋਬਲਮ ਹੈ। ਆਪਾਂ ਐਸਕੇਪ ਕਰਨਾ ਚਾਹੁੰਦੇ ਹਾਂ ਕੋਈ ਅਨਅਵੋਇਡੇਬਲ ਟਾਸਕ, ਜਿਹਨੂੰ ਆਪਾਂ ਉਹ ਤੋਂ ਭੱਜ ਰਹੇ ਹਾਂ ਹੈ ਨਾ, ਅਸੀਂ ਅਵੋਇਡ ਕਰਨਾ ਚਾਹੁੰਦੇ ਹਾਂ। ਕੀ ਫਰਕ ਹੈ ਡੀਲੇ ਤੇ ਇਹਦੇ 'ਚ ਕਿ ਇਹ ਇੰਟੈਂਸ਼ਨਲ ਹੈ, ਪ੍ਰੋਕ੍ਰੈਸਟੀਨੇਸ਼ਨ ਇਜ਼ ਇੰਟੈਂਸ਼ਨਲ, ਇਹ ਵੋਲੰਟਰੀ ਹੈ। ਜਿਸ ਤਰ੍ਹਾਂ ਆਪਾਂ ਕਹੀਏ ਸਾਡੇ ਕੰਟਰੋਲ 'ਚ ਹੈ, ਸਾਡੀ ਇੱਛਾ ਹੈ ਤਾਂ ਅਸੀਂ ਪ੍ਰੋਕ੍ਰੈਸਟੀਨੇਟ ਕਰ ਰਹੇ ਹਾਂ, ਰਾਈਟ। ਅਨਨੈਸੈਸਰੀ ਹੈ, ਕੋਈ ਸਾਡੇ ਕੋਲ ਇੱਕ ਵੈਲਿਡ ਐਕਸਕਿਊਜ਼ ਨਹੀਂ ਹੈ ਪ੍ਰੋਕ੍ਰੈਸਟੀਨੇਟ ਕਰਨ ਦਾ, ਬਟ ਫਿਰ ਵੀ ਅਸੀਂ ਇਹਨੂੰ ਕਰ ਰਹੇ ਹਾਂ ਹੈ ਨਾ। ਤਾਂ ਵੋਲੰਟਰੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਵੋਲੰਟਰੀ ਹੈ, ਇਹ ਸਾਡੇ ਕੰਟਰੋਲ 'ਚ ਹੈ, ਅਸੀਂ ਜੇ ਚਾਹੀਏ ਅਸੀਂ ਨਹੀਂ ਵੀ ਪ੍ਰੋਕ੍ਰੈਸਟੀਨੇਟ ਕਰ ਸਕਦੇ। ਅੱਛਾ, ਮੈਂ ਕਿਤੇ ਪੜ੍ਹਿਆ ਸੀ ਪ੍ਰੋਕ੍ਰੈਸਟੀਨੇਸ਼ਨ ਜੋ ਹੈ ਇਹ ਬਹੁਤ ਵਾਰੀ ਬਹੁਤ ਜ਼ਰੂਰੀ ਕੰਮ ਹੋਵੇ ਨਾ, ਹਾਂਜੀ, ਤਾਂ ਵੀ ਛੱਡ ਦਿੰਦੇ ਆ ਕਿ ਨਹੀਂ, ਮਤਲਬ ਕੁਝ ਫੀਲਿੰਗਸ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਇੰਪੋਰਟੈਂਟ ਕੰਮ ਹੈ, ਲੇਕਿਨ ਕਿਉਂਕਿ ਸਾਨੂੰ ਉਹਦੇ ਵਿੱਚ ਇੰਟਰਸਟ ਨਹੀਂ ਹੈ ਅਸੀਂ ਉਹ ਨਹੀਂ ਕਰਨਾ, ਰਾਈਟ। ਕਿਉਂਕਿ ਅਸੀਂ ਐਜ਼ ਅ ਸ਼ਾਰਟ ਟਰਮ ਰਿਵਾਰਡ ਆਪਾਂ ਦੇਖ ਰਹੇ ਹਾਂ ਕਿ ਰਾਈਟ ਅਵੇ ਮੈਨੂੰ ਕੀ ਇੰਟਰਸਟਿੰਗ ਕੰਮ ਕਰਨਾ ਪਏ, ਕਿ ਮੈਂ ਕਿੱਥੇ ਆਪਣਾ ਇੰਜੋਇਮੈਂਟ ਲੱਭ ਲਵਾਂ। ਕਈ ਵਾਰੀ ਅਸਾਈਨਮੈਂਟ ਕਰਨੀ ਹੈ, ਓ ਮਾਈ ਗੋਡ ਇੰਨੀ ਲੰਬੀ ਅਸਾਈਨਮੈਂਟ ਹੈ, ਮੈਂ ਸੋਚ ਹੀ ਨਹੀਂ ਸਕਦੀ ਉਹਨੂੰ ਸਟਾਰਟ ਕਰਨ ਦੀ। ਕਿਉਂਕਿ ਕਈ ਵਾਰੀ ਅਸੀਂ ਹੋਰ ਅੱਗੇ ਗੱਲ ਕਰਾਂਗੇ ਇਮੋਸ਼ਨਲ ਸਟੇਟਸ ਕਿਸ ਤਰ੍ਹਾਂ ਇੰਗੇਜ ਹੁੰਦੀਆਂ ਨੇ ਇਹਦੇ ਨਾਲ, ਕਿ ਮਤਲਬ ਮਜ਼ਾ ਨਹੀਂ ਆਉਣਾ ਇਸ ਕੰਮ 'ਚ, ਤੇ ਐਫਰਟਫੁਲ ਹੈ, ਇੰਟੈਂਸ਼ਨਲ ਹੈ, ਮੈਨੂੰ ਬੈਠਣਾ ਪੈਣਾ ਹੈ, ਔਰ ਕਈ ਵਾਰੀ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਕਿੱਥੋਂ ਸ਼ੁਰੂ ਕਰਾਂ ਕੰਮ ਕਰਨਾ ਹੈ ਨਾ। ਤਾਂ ਇਹ ਸਾਰੀਆਂ ਚੀਜ਼ਾਂ ਇਹਨੂੰ ਅਸੀਂ ਪੁਸ਼ ਕਰਦੇ ਰਹਿੰਦੇ ਹਾਂ, ਥੋੜ੍ਹਾ ਰੁਕ ਕੇ ਥੋੜ੍ਹੀ ਦੇਰ ਸੈੱਲਫੋਨ ਦੇਖ ਲਵਾਂ, ਥੋੜ੍ਹੀ ਦੇਰ ਗਾਣਾ ਸੁਣ ਲਵਾਂ, ਥੋੜ੍ਹੀ ਦੇਰ ਫੋਨ 'ਤੇ ਗੱਲ ਕਰ ਲਾਂ ਕਿਸੇ ਨਾਲ ਹੈ ਨਾ, ਥੋੜ੍ਹੀ ਦੇਰ ਗੇਮ ਖੇਲ ਲਈਏ, ਥੋੜ੍ਹੀ ਦੇਰ ਇਹ ਹੈ ਨਾ। ਤੇ ਬੈਠ ਵੀ ਗਏ ਤਾਂ ਫਿਰ ਤੇ ਬੈਠ ਵੀ ਗਏ ਜੇ ਕੰਮ ਲੈ ਕੇ, ਤਾਂ ਫਿਰ ਹਜੇ ਕੁਛ ਹੀ ਟਾਈਮ ਹੋਇਆ ਬੈਠੇ ਨੂੰ, ਚਲੋ ਅੱਛਾ ਕਾਫੀ ਬ੍ਰੇਕ ਲੈ ਲੈਂਦੇ ਹਾਂ। ਰਾਈਟ। ਸਾਨੂੰ ਪਤਾ ਹੈ ਕਿ ਇਸ ਅਵੋਇਡੈਂਸ ਦੇ ਨੈਗੇਟਿਵ ਕੌਨਸੀਕੁਐਂਸਿਸ ਹੋਣੇ, ਅਨਡਿਜ਼ਾਇਰੇਬਲ ਕੌਨਸੀਕੁਐਂਸਿਸ ਹੈ, ਬਟ ਫਿਰ ਵੀ ਉਹ ਇੰਨਾ ਸਾਨੂੰ ਅਨਅਵੋਇਡੇਬਲ ਲੱਗਦਾ ਕੰਮ ਕਿ ਅਸੀਂ ਆਪਣੇ ਆਪ ਨੂੰ ਨਹੀਂ ਉਸ ਕੰਮ 'ਤੇ ਆਪਣਾ ਦਿਮਾਗ ਆਪਣਾ ਦਿਲ ਲਿਆ ਸਕਦੇ। ਹਾਲਾਂਕਿ ਨੈਗੇਟਿਵ ਕੌਨਸੀਕੁਐਂਸਿਸ ਹੈ ਕਿ ਮੇਰੀ ਅਸਾਈਨਮੈਂਟ 'ਚ ਇੱਕੋ ਦਿਨ ਰਹਿ ਗਿਆ ਖ਼ਤਮ ਕਰਨ 'ਚ। ਇਹ ਦੇਖਿਆ ਗਿਆ ਹੈ ਕਿ ਸਟੂਡੈਂਟਸ ਸਟੂਡੈਂਟਸ ਵਿੱਚ ਇਹ ਜ਼ਿਆਦਾ ਦੇਖੀ ਗਈ ਹੈ, ਲੇਕਿਨ ਕਿਉਂਕਿ ਉੱਥੇ ਡੇਟਾ ਇਕੱਠਾ ਕਰਨਾ ਈਜ਼ੀ ਰਹਿੰਦਾ ਸਟੂਡੈਂਟਸ ਦੇ ਨਾਲ ਕਿ ਡੈਡਲਾਈਨ ਹੈ, ਡੈਡਲਾਈਨ ਤੋਂ ਕਿੰਨੇ ਦਿਨ ਪਹਿਲਾਂ ਕੰਮ ਸ਼ੁਰੂ ਕੀਤਾ। ਨੋਰਮਲ ਡੇ ਟੂ ਡੇ ਅਡਲਟ ਪੋਪੂਲੇਸ਼ਨ 'ਚ ਆਪਾਂ ਨੂੰ ਇਸ ਤਰ੍ਹਾਂ ਦੀ ਕੋਈ ਡੈਡਲਾਈਨ ਨਹੀਂ ਹੈ, ਤਾਂ ਉਹ ਡੇਟਾ ਇਕੱਠਾ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ। ਬਟ ਇਹ ਦੇਖਿਆ ਗਿਆ ਹੈ ਕਿ ਇਕੁਅਲੀ ਸਟੂਡੈਂਟਸ ਵਿੱਚ ਵੀ ਹੈ, ਐਡਲਟਸ ਬਾਕੀਆਂ ਵਿੱਚ ਵੀ ਹੈ, ਲੇਕਿਨ ਕਿਉਂਕਿ ਰਿਸਰਚ ਇਹ ਸੈਲਫ ਰਿਪੋਰਟ ਕਰਦੇ ਕਿ ਮਤਲਬ ਕੀ ਮੈਂ ਪ੍ਰੋਕ੍ਰੈਸਟੀਨੇਟ ਕੀਤਾ ਹੈ ਨਾ, ਤਾਂ ਕਈ ਵਾਰੀ ਆਪਾਂ ਉੱਥੇ ਨਹੀਂ ਵੀ ਰਿਪੋਰਟ ਕਰਦੇ ਠੀਕ ਤਰੀਕੇ ਨਾਲ, ਬਟ ਇਹ ਦੇਖਿਆ ਗਿਆ ਕਿ ਇਕੁਅਲੀ ਪਾਇਆ ਜਾਂਦਾ ਹੈ। ਲੇਕਿਨ ਸਟੂਡੈਂਟਸ ਵਿੱਚ ਜ਼ਿਆਦਾ ਸਟਰੈਸਫੁਲ ਹੈ ਕਿਉਂਕਿ ਡੈਡਲਾਈਨ ਹੁੰਦੀ ਹੈ, ਹੋਰ ਸਟਰੈਸਫੁਲ ਫੈਕਟਰਸ ਉਹਦੇ 'ਚ ਹੁੰਦੇ ਆ। ਤੁਸੀਂ ਇਹ ਗੱਲ ਬਹੁਤ ਬੜੀ ਇੰਟਰਸਟਿੰਗ ਗੱਲ ਹੈ ਕਿ ਸਟੂਡੈਂਟਸ ਦੇ ਵਿੱਚ ਡੇਟਾ ਕਲੈਕਟ ਕਰਨਾ ਇਟਸ ਵੈਰੀ ਈਜ਼ੀ। ਵੱਡੇ ਕਈ ਵਾਰੀ ਅਸੀਂ ਸ਼ਾਇਦ ਸਮਝ ਵੀ ਨਹੀਂ ਪਾਉਂਦੇ ਕਿ ਅਸੀਂ ਵੈਸੇ ਹੀ ਟਾਲ ਰਹੇ ਹਾਂ ਜਾਂ ਵੈਸੇ ਸਾਨੂੰ ਆਲਸ ਆ ਰਿਹਾ ਹੈ ਜਾਂ ਪ੍ਰੋਕ੍ਰੈਸਟੀਨੇਸ਼ਨ ਹੈ। ਰਾਈਟ। ਸਾਨੂੰ ਇਹ ਸਮਝਣਾ ਵੀ ਬਹੁਤ ਔਖਾ ਹੈ ਮੈਨੂੰ ਲੱਗਦਾ, ਕਿਉਂਕਿ ਇਹ ਟਰਮ ਇਟਸ ਨਾਟ ਵੈਰੀ ਕਾਮਨ। ਅਸੀਂ ਜ਼ਿਆਦਾਤਰ ਆਲਸ ਨਾਲ ਜੋੜ ਲੈਂਦੇ ਹਾਂ, ਲੇਕਿਨ ਆਲਸ ਵੀ ਜੇ ਆਪਾਂ ਆਲਸ ਨਾਲ ਦੇਖਦੇ ਹਾਂ ਤਾਂ ਬੰਦੇ ਨੂੰ ਅਸੀਂ ਬੰਦੇ ਦੇ ਉੱਤੇ ਇਹਨੂੰ ਆਪਣਾ ਕੰਮ ਕਰਨ ਦੀ ਆਦਤ ਨਹੀਂ ਹੈ, ਇਹ ਰਿਸਪੋਂਸਿਬਲ ਨਹੀਂ ਹੈ, ਇਹ ਲੇਜ਼ੀ ਬਹੁਤ ਹੈਗਾ, ਇਹ ਪ੍ਰੋਡਕਟਿਵ। ਇੱਕ ਅੱਜ ਕੱਲ੍ਹ ਆਪਾਂ ਹਾਈਪਰ ਪ੍ਰੋਡਕਟਿਵਿਟੀ ਦੀ ਗੱਲ ਕਰਦੇ ਹਾਂ ਸੋਸਾਇਟੀ 'ਚ, ਕਿੰਨੇ ਪ੍ਰੋਡਕਟਿਵ ਤੁਸੀਂ ਹੋਏ, ਅਤੇ ਜਦ ਆਪਾਂ ਹਾਈਪਰ ਪ੍ਰੋਡਕਟਿਵਿਟੀ ਨਾਲ ਪ੍ਰੋਕ੍ਰੈਸਟੀਨੇਸ਼ਨ ਨੂੰ ਕੰਪੇਅਰ ਕਰੀਏ ਤਾਂ ਉਸ ਬੰਦੇ ਦੀ ਸੈਲਫ ਐਸਟੀਮ ਸੋਚੋ ਉਹ ਕਿੰਨਾ ਸਟਰੈਸ 'ਚੋਂ ਗੁਜ਼ਰ ਰਹੇ ਹੋਣੇ ਹੈ ਕਿ ਔਰ ਉੱਤੋਂ ਆਪਾਂ ਲੇਜ਼ੀ ਉਹਨਾਂ ਨੂੰ ਕਹਿ ਤਾ। ਇਹਦੀ ਗੱਲ ਦੀ ਕੋਈ ਵੈਲਿਊ ਨਹੀਂ ਹੈ, ਇਹਨਾਂ ਨੇ
ਆਪਣਾ ਕੰਮ ਟਾਈਮ ਤੇ ਨਹੀਂ ਕਰਨਾ ਤਾਂ ਉਹਦੇ ਹੋਰ ਐਂਗਜ਼ਾਇਟੀ ਡਿਪਰੈਸ਼ਨ ਸੈਲਫ ਐਸਟੀਮ ਹੋਰ ਜਿਹੜੇ ਸਾਈਡ ਇਫੈਕਟ ਉਹਦੇ ਹੋਰ ਹੁੰਦੇ ਆ ਉਹ ਡਿਫਰੈਂਟ ਸਟੋਰੀ ਨਾਲ ਚੱਲਦੀ ਹੈ। ਕੈਥਰੀਨ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਸਟ੍ਰੈਸ ਦੇ ਨਾਲ ਵੀ ਜੁੜ ਜਾਂਦਾ, ਪਤਾ ਨਹੀਂ ਹੁੰਦਾ ਸਾਨੂੰ, ਤੇ ਫਿਰ ਇਹ ਵੀ ਜ਼ਰੂਰੀ ਹੈ ਕਿ ਜੇ ਇਹ ਬਹੁਤ ਜ਼ਿਆਦਾ ਹੋਵੇ ਤਾਂ ਅਸੀਂ ਸਾਈਕੋਲੋਜਿਸਟ ਨਾਲ ਗੱਲ ਕਰੀਏ, ਇਹਦਾ ਵੀ ਕੋਈ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਟਸ ਜਸਟ ਐਨ ਹੈਬਿਟ। ਹੈਬਿਟ ਜੇ ਹੋਏ ਤਾਂ ਬਹੁਤ ਈਜ਼ੀ ਹੈ ਕੰਟਰੋਲ ਕਰਨੀ, ਹੈ ਨਾ। ਹੈਬਿਟ ਆਪਾਂ ਚੇਂਜ ਵੀ ਕਰ ਲੈਂਦੇ, ਸਮੋਕਿੰਗ ਛੱਡ ਦਿੱਤੀ, ਡਰਿੰਕਿੰਗ ਛੱਡ ਦਿੱਤੀ, ਨੇਲ ਬਾਈਟਿੰਗ ਅਸੀਂ ਘੱਟ ਕਰ ਲਿੱਤੀ। ਹੈਬਿਟ ਹੋਏ ਤਾਂ ਬਹੁਤ ਈਜ਼ੀਲੀ ਕਰ ਸਕਦੇ, ਬਟ ਦੇਰ ਇਜ਼ ਮੋਰ ਟੂ ਦਿਸ, ਕਿਉਂਕਿ ਇਹਦੇ 'ਚ ਸਾਡੀ ਕੋਗਨੀਸ਼ਨਸ ਕਈ ਵਾਰੀ ਥਿੰਕਿੰਗ ਪ੍ਰੋਸੈਸ ਵੀ ਇੰਗੇਜਡ ਹੁੰਦਾ। ਨਾਟ ਓਨਲੀ ਕਈ ਵਾਰੀ ਕਹਿੰਦੇ ਆ ਟਾਈਮ ਆਪਣਾ ਮੈਨੇਜ ਕਰ ਲਏ, ਇਹਨੂੰ ਸਵੇਰੇ 4 ਵਜੇ 5 ਵਜੇ ਉੱਠ ਜਾਏ ਤਾਂ 1 ਘੰਟਾ ਪੜ੍ਹ ਲਓ ਜਾਂ 1 ਘੰਟਾ ਕੰਮ ਕਰ ਲਓ ਤਾਂ, ਬਟ ਟਾਈਮ ਮੈਨੇਜਮੈਂਟ ਨਾਲ ਅਸੀਂ ਇੰਪਰੂਵ ਇਹਨੂੰ ਕਰ ਸਕਦੇ ਹਾਂ। ਲੇਕਿਨ ਸਿਰਫ ਟਾਈਮ ਮੈਨੇਜਮੈਂਟ ਨਹੀਂ, ਇਹਨੂੰ ਅਸੀਂ ਇਮੋਸ਼ਨਲ ਰੈਗੂਲੇਸ਼ਨ ਦੇ ਨਾਲ ਕਾਫੀ ਐਸੋਸੀਏਟ। ਰਿਸਰਚ ਕਹਿੰਦੀ ਹੈ ਕਿ ਸਾਡਾ ਜਿਹੜੀ ਨੈਗੇਟਿਵ ਮੂਡ ਸਟੇਟ 'ਚ ਅਸੀਂ ਚਲੇ ਜਾਂਦੇ ਹਾਂ ਅਨਡਿਜ਼ਾਇਰੇਬਲ ਕੰਮ ਦੇ ਕਰਕੇ, ਜਿਹੜਾ ਸਾਨੂੰ ਆਪਣੇ ਆਪ ਨੂੰ ਰੈਗੂਲੇਟ ਕਰਨਾ ਨਹੀਂ ਆਉਂਦਾ ਇਮੋਸ਼ਨਸ ਨੂੰ, ਉਹਦਾ ਜ਼ਿਆਦਾ ਹੱਥ ਹੈ ਪ੍ਰੋਕ੍ਰੈਸਟੀਨੇਸ਼ਨ 'ਚ, ਰਾਦਰ ਦੈਨ ਲੇਜ਼ੀਨੈਸ, ਰਾਦਰ ਦੈਨ ਡੀਲੇ, ਰਾਦਰ ਦੈਨ ਜਸਟ ਟਾਈਮ ਮੈਨੇਜਮੈਂਟ। ਯਾਨੀ ਸਾਨੂੰ ਐਕਸਪਰਟਸ ਕੋਲ ਰਾਏ ਲੈ ਲੈਣੀ ਚਾਹੀਦੀ ਹੈ ਜੇ ਸਾਨੂੰ ਲੱਗ ਰਿਹਾ ਹੈ ਜ਼ਿਆਦਾ ਹੋ ਰਿਹਾ। ਬਿਲਕੁਲ, ਕਿਉਂਕਿ ਉਹਦੇ ਲੌਂਗ ਟਰਮ ਇਫੈਕਟ ਦੇਖੋ ਕਿੰਨੇ ਹੋ ਰਹੇ ਹੈ ਕਿ ਤੁਸੀਂ ਆਪਣੀ ਡੈਡਲਾਈਨਸ ਨਹੀਂ ਮੀਟ ਕਰ ਪਾ ਰਹੇ ਹੋ। ਜੇ ਤੁਸੀਂ ਆਫਿਸ ਵਰਕ ਇਨਵਾਇਰਨਮੈਂਟ 'ਚ ਕਰੋਗੇ ਤਾਂ ਉਹਦਾ ਪ੍ਰਮੋਸ਼ਨ 'ਤੇ, ਸੈਲਰੀ 'ਤੇ, ਕਈ ਸੋਸ਼ਲ ਰਿਲੇਸ਼ਨਸ਼ਿਪਸ 'ਤੇ ਕਿੰਨਾ ਅਸਰ ਉਹਦਾ ਪੈਂਦਾ ਹੈ। ਅਸੀਂ ਜਿਵੇਂ ਹੁਣ ਗੱਲਬਾਤ ਕੀਤੀ, ਬਿਨਾਂ ਮਤਲਬ ਤੋਂ ਅਸੀਂ ਕਿਸੇ ਕੰਮ ਨੂੰ ਟਾਲ ਰਹੇ ਹਾਂ, ਤੇ ਸਾਡੇ ਸੁਣਨ ਵਾਲਿਆਂ ਨੂੰ ਵੀ ਥੋੜ੍ਹਾ ਜਿਹਾ ਮੈਨੂੰ ਲੱਗਦਾ, ਕਿਉਂਕਿ ਜਦੋਂ ਅਸੀਂ ਕਿਸੇ ਟਰਮ ਦੀ ਗੱਲ ਕਰਦੇ ਹਾਂ ਯੂਜੂਅਲੀ ਅਸੀਂ ਉਹਦਾ ਮਤਲਬ ਸਮਝ ਲਿਆ, ਪਰ ਇਹਦੀਆਂ ਵੀ ਟਾਈਪਸ ਨੇ। ਹਾਂਜੀ, ਬ੍ਰੌਡਲੀ ਇਹਨਾਂ ਨੂੰ ਆਪਾਂ ਕੈਟੇਗਰਾਈਜ਼ ਕਰਦੇ ਹਾਂ। ਇੱਕ ਕਹਿੰਦੇ ਆਪਾਂ ਸਿਚੁਏਸ਼ਨਲ, ਇੱਕ ਕਹਿ ਦਿੰਦੇ ਕ੍ਰੋਨਿਕ। ਸਿਚੁਏਸ਼ਨਲ ਦਾ ਮਤਲਬ ਹੋ ਗਿਆ ਕਿ ਅਸੀਂ ਸਾਰਾ ਟਾਈਮ ਪ੍ਰੋਕ੍ਰੈਸਟੀਨੇਟ ਨਹੀਂ ਕਰਦੇ, ਲੇਕਿਨ ਕਿਸੇ ਹਾਲਾਤ ਵਿੱਚ, ਕਿਸੇ ਸਿਚੁਏਸ਼ਨ 'ਚ ਅਸੀਂ ਕਰਦੇ ਹਾਂ। ਅਸੀਂ ਅਲਟਰਾ ਪ੍ਰੋਡਕਟਿਵ, ਜਿਸ ਤਰ੍ਹਾਂ ਆਪਾਂ ਪ੍ਰੋਡਕਟਿਵਿਟੀ ਦੀ ਗੱਲ ਕੀਤੀ, ਅਸੀਂ ਅਲਟਰਾ ਪ੍ਰੋਡਕਟਿਵ ਹੋ ਸਕਦੇ ਹਾਂ, ਲੇਕਿਨ ਕਿਸੇ ਇੱਕ ਡੋਮੇਨ 'ਚ ਆਪਾਂ ਸਪੈਸੀਫਿਕਲੀ ਟਾਲਮ ਟੋਲ ਕੀਤੀ। ਜਿਸ ਤਰ੍ਹਾਂ ਕਿ ਹੈਲਥ ਇਜ਼ ਅ ਮੋਸਟ ਰਿਸਰਚ ਡੋਮੇਨ, ਜਿੱਥੇ ਅਸੀਂ ਕਹਿੰਦੇ ਹਾਂ ਕਿ ਸਭ ਤੋਂ ਜ਼ਿਆਦਾ ਪ੍ਰੋਕ੍ਰੈਸਟੀਨੇਸ਼ਨ ਦੇਖੀ ਗਈ ਹੈ ਹੈਲਥ ਮੇਨਟੇਨ ਕਰਨਾ ਆਪਣੀ। ਤੁਸੀਂ ਹਰ ਆਪਣੀ ਪ੍ਰੋਡਕਟਿਵਿਟੀ ਉੱਪਰ ਰੱਖਦੇ ਹੋ। ਹੁਣ ਐਕਸਰਸਾਈਜ਼ ਕਰਨ ਦਾ ਟਾਈਮ ਆਇਆ, ਹੁਣ ਡਾਇਟ ਦਾ ਟਾਈਮ ਆਇਆ, ਉਹ ਇੰਨੀ ਐਫਰਟ ਕਰਨਾ ਪੜੇਗਾ, ਹੁਣ ਕੌਣ ਜਿਮ ਜਾਏਗਾ, ਇੰਨੀ ਆਪਾਂ ਆਪਣੇ ਆਪ ਨੂੰ ਐਕਸਕਿਊਜ਼ਿਸ ਦੇ ਕੇ we talk ourselves into not following it, ਹੈ ਨਾ। ਬਿਜ਼ੀ ਬਹੁਤ ਆ, ਬਾਰੀ ਬਰਫ਼ ਪਈ ਹੋਈ ਹੈ, ਹਾਂ, ਹੁਣ ਨਹੀਂ ਤਾਂ ਥੱਕ ਕੇ ਆਏ ਆ, ਸਾਰਾ ਦਿਨ ਦੇ ਕੰਮ ਹੀ ਕਰ ਰਹੇ ਆ, ਥੋੜਾ ਰਿਲੈਕਸ ਕਰ ਲਈਏ, ਹੈ ਨਾ। ਸਭ ਤੋਂ ਜ਼ਿਆਦਾ ਹੈਲਥ ਜਿੱਤ ਦੇਖੀ ਗਈ ਹੈ ਕਿ ਆਪਾਂ ਫਿਰ ਪੁੱਟ ਆਫ ਕਰ ਦਿੰਦੇ। ਤੇ ਜਿਹੜਾ ਕ੍ਰੋਨਿਕ ਹੈ ਉਹ ਇਸ ਤਰ੍ਹਾਂ ਦੇ ਕਿਸੇ ਇੱਕ ਸਿਚੁਏਸ਼ਨ 'ਚ ਨਹੀਂ ਹੈ, ਉਹ ਤੁਸੀਂ ਡਿਫਰੈਂਟ ਏਰੀਆਜ਼ ਆਫ ਲਾਈਫ 'ਚ ਤੁਸੀਂ ਕਾਮਨਲੀ ਕਰਦੇ ਹੋ। ਤਾਂ ਜਦੋਂ ਪਾਈਲ ਅਪ ਹੁੰਦਾ ਰਹਿੰਦਾ ਤਾਂ ਆਪਾਂ ਉਹਨੂੰ ਕ੍ਰੋਨਿਕ ਪ੍ਰੋਕ੍ਰੈਸਟੀਨੇਸ਼ਨ ਕਹਿੰਦੇ ਹਾਂ। ਤਾਂ ਉਹਦਾ ਇਫੈਕਟ ਫਿਰ ਓਬਵੀਅਸਲੀ, ਜਿਸ ਤਰ੍ਹਾਂ ਅਸੀਂ ਗੱਲ ਕੀਤੀ, ਜ਼ਿਆਦਾ ਵੇਰੀਡ ਦਿਖਦੇ ਨੇ, ਜ਼ਿਆਦਾ ਡੀਪ ਦਿਖਦੇ ਨੇ, ਜ਼ਿਆਦਾ ਇੰਟੈਂਸ ਉਹਦੇ ਇਫੈਕਟਸ ਦਿਖਦੇ ਨੇ। ਤਾਂ ਸਿਚੁਏਸ਼ਨਲ ਹੋ ਗਈ ਤੇ ਕ੍ਰੋਨਿਕ ਹੋ ਗਈ। ਤਾਂ ਕ੍ਰੋਨਿਕ ਦਾ ਜਿਹੜਾ ਹੈ ਹਾਰਮ ਆਪਾਂ ਦੇਖਿਆ ਜ਼ਿਆਦਾ ਸਾਡੀ ਲਾਈਫ 'ਤੇ ਆਉਂਦਾ ਹੈ। ਉਹਦੇ ਨਾਲ ਮੈਨੂੰ ਲੱਗਦਾ ਜੇਕਰ ਤੁਸੀਂ ਕੋਈ ਕੰਮ ਨਹੀਂ ਕਰ ਰਹੇ ਤਾਂ ਤੁਹਾਡੀ ਜੌਬ 'ਤੇ ਵੀ ਬਹੁਤ ਬੁਰਾ ਅਸਰ ਪੈ ਸਕਦਾ ਹੈ। ਬਿਲਕੁਲ, ਔਰ ਜੌਬ 'ਤੇ ਹੋਇਆ ਸਾਈਕੋਲੋਜੀਕਲ ਡਿਸਐਡਵਾਂਟੇਜਿਸ ਹੈ। ਤੁਸੀਂ ਗਿਲਟ, ਸ਼ੇਮ ਇਜ਼ ਸਭ ਤੋਂ, ਗਿਲਟ ਤੋਂ ਵੀ ਜ਼ਿਆਦਾ ਆਪਾਂ ਕਹਿੰਦੇ ਆ ਸਟਰੋਂਗ ਫੀਲਿੰਗ ਹੈ, ਜਿਹਦੇ ਕਰਕੇ ਆਪਾਂ ਅਗੇਨ ਉਹ ਸਾਈਕਲ 'ਚ ਇੱਕ ਰੱਟ 'ਚ ਚਲੇ ਜਾਂਦੇ ਆ, ਜਦ ਉਹ ਤੋਂ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਤਾਂ ਫਿਜ਼ੀਓਲੋਜੀਕਲ ਉਹਦੇ ਡਿਸਐਡਵਾਂਟੇਜਿਸ ਹੈ। ਸਟ੍ਰੈਸ ਹਾਰਮੋਨ ਸਾਡੀ ਬੋਡੀ 'ਚ ਸਰਕੂਲੇਟ ਹੁੰਦੇ ਆ, ਉਹਦੇ ਆਪਣੇ ਅਲੱਗ ਡਿਸਐਡਵਾਂਟੇਜਿਸ ਹੈਗੇ ਸਟ੍ਰੈਸ ਦੇ, ਜਿਹੜਾ ਬੋਡੀ 'ਤੇ ਸਾਡੇ ਇਫੈਕਟ ਉਹਦੇ ਹੁੰਦੇ ਨੇ। ਅਤੇ ਇਹਦਾ ਜੋ ਕਾਰਨ ਹੈ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਜੋ ਇਮੋਸ਼ਨਸ ਨੇ ਉਹਦਾ ਅਸਰ ਵੀ ਬਹੁਤ ਹੁੰਦਾ ਹੈ ਪ੍ਰੋਕ੍ਰੈਸਟੀਨੇਸ਼ਨ 'ਤੇ। ਬਿਲਕੁਲ, ਇਮੋਸ਼ਨਸ ਹੀ ਆਪਾਂ ਕਹਿੰਦੇ ਕਿ ਟਾਈਮ ਮੈਨੇਜਮੈਂਟ ਦਾ ਇੰਨਾ, ਜਿਸ ਤਰ੍ਹਾਂ ਮੈਂ ਕਿਹਾ ਟਾਈਮ ਮੈਨੇਜਮੈਂਟ ਆਪਾਂ ਕਰਕੇ ਕੁਛ ਆਪਾਂ ਇੰਪਰੂਵਮੈਂਟ ਦੇਖ ਸਕਦੇ ਹਾਂ, ਬਟ ਜਿਹੜਾ ਬੇਸਿਕ ਦੇਖਿਆ ਗਿਆ ਇਹਦਾ ਇਮੋਸ਼ਨਸ ਮੈਨੇਜ ਕਰਨ ਕਰਕੇ ਹੈ। ਜਿਸ ਤਰ੍ਹਾਂ ਆਪਾਂ ਅਵਰਸਿਵ ਟਾਸਕ ਜਿਹਨੂੰ ਕਹਿੰਦੇ ਕਿ ਇਹ ਕੰਮ ਅਸੀਂ ਆਪਣੇ ਆਪ ਨੂੰ ਵੀ ਕੈਨ ਨਾਟ ਬ੍ਰਿੰਗ ਆਰਸੈਲਵਸ ਟੂ ਡੂ ਦਿਸ ਜੌਬ, ਕਿਉਂਕਿ ਉਹਦੇ ਕੁਛ ਨਾ ਕੁਛ ਸਾਡੇ ਇਮੋਸ਼ਨਲ ਕੌਨਸੀਕੁਐਂਸਿਸ। ਸਭ ਤੋਂ ਜ਼ਿਆਦਾ ਇਟ ਸੈਟਸ ਅ ਨੈਗੇਟਿਵ ਮੂਡ ਸਟੇਟ। ਕਈ ਵਾਰੀ ਅਸੀਂ ਆਪਣੇ ਆਪ 'ਚ ਅਨਸ਼ੋਰ ਹੁੰਦੇ ਹਾਂ ਕਿ ਕਿੱਥੋਂ ਸ਼ੁਰੂ ਕਰੀਏ, ਮੈਂ ਇਹ ਸਕਸੈਸਫੁਲੀ ਕੰਮ ਕਰ ਸਕਦੀ ਹਾਂ ਜਾਂ ਨਹੀਂ ਕਰ ਸਕਦੀ। ਆਪਣਾ ਸੈਲਫ ਡਾਊਟ ਜਿਹੜਾ ਹੈ, ਇਹ ਇੱਕ ਬਹੁਤ ਬੜਾ ਰੀਜ਼ਨ ਦੇਖਾ ਗਿਆ। ਆਪਣੀ ਕੈਪੇਬਿਲਿਟੀ 'ਤੇ ਡਾਊਟ ਕਰਨਾ, ਮੈਨੂੰ ਅਨਸਕਸੈਸਫੁਲ ਹੋਣਾ ਪਏ ਉਸ ਤੋਂ ਚੰਗਾ ਮੈਂ ਕਰਾਂ ਹੀ ਨਾ, ਇਹ ਇੱਕ ਬਹੁਤ ਬੜਾ ਰੀਜ਼ਨ ਦੇਖਿਆ ਗਿਆ ਹੈ। ਨੈਗੇਟਿਵ ਮੂਡ ਸਟੇਟ ਕਿ ਰੀਅਲੀ ਹੁਣ ਮੈਂ ਇੱਕ ਪੂਰੇ ਘਰ ਦੀ ਸਫਾਈ ਕਰਨੀ ਹੈ, 4 ਘੰਟੇ ਮੈਨੂੰ ਲੱਗ ਜਾਂਦੇ ਹੈ,
4 ਘੰਟੇ ਆ, ਇਟਸ ਅ ਬਿਗ ਅਮਾਉਂਟ ਆਫ ਟਾਈਮ। ਤਾਂ ਉਹ ਆਪਾਂ ਪੁੱਟ ਆਫ ਕਰ ਦਿੰਦੇ ਆ। ਯੂਜੂਅਲੀ ਕੀ ਹੈ ਕਿ ਇਹ ਸਾਈਕਲ ਕਿਸ ਤਰ੍ਹਾਂ ਮੇਨਟੇਨ ਹੁੰਦਾ ਹੈ ਕਿ ਅਸੀਂ ਰਾਦਰ ਦੈਨ ਸ਼ਾਰਟ ਟਰਮ ਗੇਨਸ ਰਾਦਰ ਦੈਨ ਲੌਂਗ ਟਰਮ ਗੇਨਸ ਦੇਖਣ ਦੀ ਬਜਾਏ ਅਸੀਂ ਸ਼ਾਰਟ ਟਰਮ ਗੇਨ ਸਾਨੂੰ ਕੀ ਹੋ ਰਿਹਾ ਅਸੀਂ ਉੱਤੇ ਫੋਕਸ ਕਰਦੇ ਰਾਦਰ ਦੈਨ ਫਿਊਚਰ 'ਚ ਇਹ ਕੰਮ ਸਾਨੂੰ ਕਿਸ ਤਰ੍ਹਾਂ ਐਡਵਾਂਟੇਜ ਦਊਗਾ, ਕਿਸ ਤਰ੍ਹਾਂ ਬੈਨੀਫੀਸ਼ੀਅਲ ਰਹੇਗਾ। ਅਸੀਂ ਕਹਿੰਦੇ ਰਾਈਟ ਅਵੇ ਮੈਨੂੰ ਕੀ ਰਿਸਪੌਂਸ ਰਿਵਾਰਡ ਮਿਲੇਗਾ। ਇਹ ਵੀ ਹੋ ਸਕਦਾ ਹੈ ਜੋ ਸਾਡੇ ਪ੍ਰੀਵੀਅਸ ਐਕਸਪੀਰੀਐਂਸਿਸ ਹੁੰਦੇ ਨੇ, ਕਈ ਵਾਰੀ ਉਹ ਉਸ ਕੰਮ ਦੇ ਨਾਲ ਬਹੁਤ ਅੱਛੇ ਨਹੀਂ ਹੁੰਦੇ, ਰਾਈਟ। ਤੇ ਹੁਣ ਜਦੋਂ ਸਾਡੇ ਸਾਹਮਣੇ ਉਹੀ ਕੰਮ ਵਾਪਸ ਆ ਗਿਆ ਤੇ ਉਹ ਮੈਮੋਰੀਜ਼ ਵਾਪਸ ਆ ਗਈਆਂ ਕਿ ਨਹੀਂ ਅਸੀਂ, ਇਹ ਵੀ ਹੋ ਸਕਦਾ। ਬਿਲਕੁਲ ਅਵਰਸਿਵ ਟਾਸਕ, ਜਿਸ ਤਰ੍ਹਾਂ ਮੈਂ ਕਿਹਾ ਕਿ ਪਹਿਲਾਂ ਮੈਨੂੰ ਇਸ ਵਾਰੀ ਪਿਛਲੀ ਵਾਰੀ ਬਹੁਤ ਜੂਝਣਾ ਪਿਆ ਸੀ ਇਸ ਕੰਮ ਕਰਕੇ, ਮੇਰੇ 4 ਦਿਨ ਲੱਗ ਗਏ ਸੀ ਇਸ ਕੰਮ ਤੇ, ਮੈਨੂੰ ਕਿਤੋਂ ਪੁੱਛਣਾ ਪਿਆ ਸੀ, ਕਿੰਨੀ ਮੈਨੂੰ ਮੁਸ਼ਕਲ ਹੋਈ ਸੀ। ਤਾਂ ਅਸੀਂ ਉਹ ਨੈਗੇਟਿਵ ਮੂਡ ਸਟੇਟ ਜਦ ਸਾਡੀ ਸਟਾਰਟ ਹੋ ਜਾਂਦੀ ਹੈ ਤਾਂ ਅਸੀਂ ਕਹਿੰਦੇ ਹਾਂ ਹੁਣ ਇਹ ਕੰਮ ਨਹੀਂ ਮੈਂ ਸਟਾਰਟ ਕਰਨਾ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਪਿਛਲੇ ਐਕਸਪੀਰੀਐਂਸਿਸ ਰਿਵਾਰਡਿੰਗ ਨਹੀਂ ਰਹੇ, ਰਾਈਟ। ਸਾਡੀ ਲਰਨਿੰਗ ਸਾਡੇ ਨਾਲ ਰਹਿੰਦੀ ਹੈ ਕਿ ਪਿਛਲੀ ਵਾਰੀ ਮੈਨੂੰ ਇਹ ਐਕਸਪੀਰੀਐਂਸ ਹੋਇਆ ਸੀ, ਇਸ ਵਾਰੀ ਅੱਛਾ ਹੋਏਗਾ, ਇਸ ਵਾਰੀ ਵੀ ਉਸ ਤਰ੍ਹਾਂ ਹੀ ਰਹੇਗਾ। ਪਿਛਲੀ ਵਾਰੀ ਅੱਛਾ ਹੋਇਆ, ਰਿਵਾਰਡਿੰਗ ਰਿਹਾ, ਤਾਂ ਇਸ ਵਾਰੀ ਵੀ ਰਿਵਾਰਡਿੰਗ ਰਹੇਗਾ। ਤਾਂ ਇਹ ਸਾਰਾ ਬੜਾ ਕੰਪਲਿਕੇਟਿਡ, ਸੁਣਨ 'ਚ ਬੜਾ ਈਜ਼ੀ ਲੱਗਦਾ, ਬਟ ਉਹ ਸ਼ਾਰਟ ਟਰਮ ਮੈਨੂੰ ਅੱਛਾ ਹੁਣ ਮੈਂ ਫੋਨ ਖੇਲ ਲਵਾਂ, ਮੇਰਾ ਡੋਪਾਮਾਈਨ ਮੇਰਾ ਸੈਰੋਟੋਨਿਨ ਰਿਲੀਜ਼ ਹੋ ਗਏ, ਮੈਨੂੰ ਖੁਸ਼ੀ ਹੋ ਗਈ, ਹੈ ਨਾ। ਤਾਂ ਹੁਣ ਮੈਂ ਲੌਂਗ ਟਰਮ ਗੇਨ ਨੂੰ ਛੱਡ ਦਿੱਤਾ ਕਿ ਇਹ 15 ਮਿੰਟ ਵੀ ਜੇ ਮੈਂ ਆਪਣੇ ਕੰਮ ਤੇ ਬਿਤਾਏ ਹੁੰਦੇ ਤਾਂ ਮੈਂ 15 ਮਿੰਟ ਅੱਗੇ ਹੋਣਾ ਸੀ। ਬਟ ਕਿਉਂਕਿ ਮੈਨੂੰ ਉਹ ਨੈਗੇਟਿਵ ਇਮੋਸ਼ਨਸ ਨਹੀਂ ਚਾਹੀਦੀਆਂ, ਸੈਲਫ ਡਾਊਟ ਨਹੀਂ ਚਾਹੀਦਾ, ਐਂਗਜ਼ਾਇਟੀ ਨਹੀਂ ਚਾਹੀਦੀ, ਜਿਹੜਾ ਸਟ੍ਰੈਸ ਮੈਨੂੰ ਪਿਛਲੀ ਵਾਰ ਹੋਇਆ ਸੀ, ਉਹਨੂੰ ਅਵੋਇਡ ਕਰਨ ਲਈ ਮੈਂ ਇਹ ਕੀਤਾ ਕਿ ਮੈਂ ਸੈੱਲ ਫੋਨ 'ਤੇ ਗੇਮ ਖੇਲ ਲਈ, ਜਾਂ ਮੈਂ TV ਦੇਖ ਲਿਆ, ਜਾਂ ਮੈਂ ਚਾਹ ਬਣਾ ਕੇ ਪੀ ਲਈ, ਮੈਂ ਕਿਸੇ ਫਰੈਂਡ ਨਾਲ ਗੱਲ ਕਰ ਲਈ। ਹੁਣ ਮੈਂ ਉਸ ਸਾਈਕਲ 'ਚ, ਹੁਣ ਮੈਨੂੰ ਮੇਰੇ ਦਿਮਾਗ ਨੂੰ ਪਤਾ ਚੱਲ ਗਿਆ ਕਿ ਅਵੋਇਡ ਉਹਨੂੰ ਕਿਸ ਤਰ੍ਹਾਂ ਕਰਨਾ ਹੈ, ਤਾਂ ਮੈਨੂੰ ਪਲੈਜ਼ਰ ਆਉਂਦਾ ਹੈ ਅਵੋਇਡ ਕਰਨ 'ਚ। ਤਾਂ ਇਹ ਅਸੀਂ ਇਸ ਸਾਈਕਲ 'ਚ ਜਦ ਫਸ ਜਾਂਦੇ ਹਾਂ, ਫੇਰ ਕਦੋਂ ਥੋੜ੍ਹੀ ਦੇਰ ਹੋਰ ਤਾਂ ਉਹ ਬ੍ਰੇਕ ਕਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਯਾਨੀ ਅਸੀਂ ਆਪਣੇ ਆਪ ਦੇ ਨਾਲ ਝੂਠ बोलना शुरू कर देते हैं। अब हाँ, ट्रिक, हमारा ब्रेन हमें ट्रिक करता है ना इसमें, और हम उसमें पार्टिसिपेट करते हैं। हाँ, जैसे अभी तो आपने कुछ चीज़ें तो आपने बताई, क्या असर होता है इन चीज़ों का जब हम प्रोक्रेस्टिनेशन के, मैं कहूँगी, शिकार हो जाते हैं? जब हम शिकार हो गए, राइट। ओवर टाइम, जैसे आपने पॉइंट आउट बहुत अच्छा किया है कि प्रोडक्टिविटी कॉस्ट जो है हम आजकल टाइम टू टाइम, मिनट टू मिनट आजकल हमारा लाइफ चलती है। सबसे बड़ा अगर आप वर्क कर रहे हैं तो प्रोडक्टिविटी का लॉस है आपके लिए। आप अपने क्या एडवांटेज आप अपना कैसे प्रूव करेंगे अपने बॉस को, अपनी कंपनी को कि हाँ भाई हमें रखो अपने साथ, कंटिन्यू करो, या इवन इफ यू वांट टू ग्रो इन योर करियर, सो इट्स अ बिग टैग ऑन यू। इसने कभी टाइम पे काम खत्म करना नहीं है। सोच लो बड़े डिसीजंस आएंगे तो इसने क्या करना है। फॉलो करती हैं वो चीज़ें, बिल्कुल आपको वो फॉलो करती हैं। इसके अलावा फिजिकल हेल्थ कॉन्सिक्वेंसेस जो है, स्ट्रेस जो हमारी बॉडी में, जब हम एग्जॉशन फेज में स्ट्रेस में आते हैं तो जो हार्मोन रिलीज होते हैं, जो एड्रेनालिन हार्मोन है, कॉर्टिसोल हार्मोन है, ये सब स्ट्रेस हार्मोन है। ग्रेजुअली हमारी बॉडी की इम्यूनिटी लो होती है, राइट। सो स्ट्रेस इटसेल्फ इज नॉट अ कॉज ऑफ प्रोक्रेस्टिनेशन, बट एक बाय प्रोडक्ट है प्रोक्रेस्टिनेशन का, एंड देन इट पाइल्स ऑन। इम्यूनिटी ख़त्म हो गई, स्ट्रेस हो गया, मेरे को इतनी एंग्जाइटी हो गई कि मैं सिर्फ उसी के बारे में सोच रही हूँ कि हाँ काम करना है, बट मेरी एनर्जी जो है, मेरे एफर्ट जो है, वो काम की तरफ नहीं जा रहे, वो सिर्फ चिंता की तरफ जा रहे हैं, राइट। तो ये है डिप्रेशन, सेल्फ इमेज। आप अपने आप को, जब आप ये रिपीटेटिवली लोगों से सुनते हैं कि इसने तो काम करना नहीं, ये लेजी है, ये टालम टोल करने वाला बंदा है, तो आप अपनी आंखों में, अपनी नज़रों में कैसे अपने आप को महसूस करते हैं? उसका इफ़ेक्ट आपके ऊपर डिप्रेशन, एंग्जाइटी, इन सब तरीक़ों से आता है। और लाइफ के और एरियाज़ में भी, जैसे मैंने कहा रिलेशनशिप्स में इसका इफ़ेक्ट दिखता है आपको। प्रोडक्टिविटी तो है ही है, अगर आप पढ़ाई कर रहे हैं, अगर आप स्टूडेंट हैं तो इसका इफ़ेक्ट और आपकी स्टडीज़ में, आगे की भी, एक पेपर ख़राब हो गया, अगला भी ख़राब हो गया, मेरा इमेज क्रिएट हो गई, मेरी रिलेशनशिप्स, मेरे फ्रेंड्स मेरे बारे में क्या सोचते हैं, क्या मेरा ओपिनियन मैटर करता है उनको? क्योंकि वो तो कहते हैं कोई ज़रूरत नहीं है इसको पता करने की, इससे पूछने की। तो ये सारे जो हैं हमारे सोशल और साइकोलॉजिकल भी डिसएडवांटेजेस, और फिज़िकल, ये हर एरिया में हमारे जाते हैं, हमें हर एरिया में टच करते हैं। ਇੱਕ ਪਹਿਲਾ ਮੈਸੇਜ ਮੈਂ ਸ਼ੇਅਰ ਕਰ ਲੈਂਦੀ ਹਾਂ। ਸਾਡੇ ਕੋਲ ਮੈਸੇਜ ਆਇਆ ਸੰਜੀਵ ਜੀ ਦਾ, ਉਹਨਾਂ ਨੇ ਕਿਹਾ ਕਿ ਮੈਨੂੰ ਬੜਾ ਨੁਕਸਾਨ ਹੋਇਆ ਇਸ ਆਦਤ ਦੇ ਨਾਲ। ਇੰਜਨ ਆਇਲ ਚੇਂਜ ਕਰਾਉਣਾ ਸੀ ਮੇਰੀ ਨਵੀਂ ਗੱਡੀ ਦਾ, 2020 ਦੀ ਸੀ, ਤੇ ਭੁੱਲ ਗਏ, ਜਾਂ ਹੁੰਦਾ ਨਾ ਅੱਛਾ ਟਾਲ ਮਟੋਲ, ਅੱਜ ਕਰ ਲਾਂਗੇ, ਕੱਲ ਕਰ ਲਾਂਗੇ, ਤੇ ਉਹ ਕਹਿੰਦੇ ਬੜਾ ਨੁਕਸਾਨ ਹੋ ਗਿਆ ਫਿਰ ਇੰਜਨ ਦਾ।
ਰਾਈਟ ਉਹੀ ਸ਼ਾਰਟ ਟਰਮ ਗੋਲਸ ਕਰਕੇ ਹਾਂ। ਆਪਾਂ ਲੌਂਗ ਟਰਮ ਫਿਊਚਰ ਸੈਲਫ ਦਾ ਸੋਚਿਆ ਨਹੀਂ। ਇਹ ਬਹੁਤ ਅੰਡਰਲਾਈਨ ਫੀਚਰ ਹੈ ਸਾਡਾ ਕਿ ਆਪਾਂ ਬਿਲਕੁਲ। ਸ਼ਾਰਟ ਟਰਮ ਸੋਚ ਲੈਂਦੇ ਆ, ਲੌਂਗ ਟਰਮ ਨਹੀਂ ਸੋਚਦੇ। ਕਰੀਏ ਕੀ, ਸਟ੍ਰੈਟਜੀਜ਼ ਕੀ ਹੋਣ? ਸਟ੍ਰੈਟਜੀਜ਼ ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ, ਇੱਕ ਜਿਹੜਾ ਮੈਂ ਹਾਈਲਾਈਟ ਪੁਆਇੰਟ ਅਸੀਂ ਕਾਫੀ ਵਾਰੀ ਟੱਚ ਕੀਤਾ ਹੈ, ਇਮੋਸ਼ਨਲ ਰੈਗੂਲੇਸ਼ਨ। ਜਿਹੜੀ ਅੰਡਰਲਾਈਂਗ ਇਮੋਸ਼ਨਸ ਹੈ ਤੁਹਾਡੀ, ਜਾਂ ਤੁਸੀਂ ਇਹ ਕੰਮ ਕਰਨ ਦੀ ਸੋਚਦੇ ਹੋ, ਤੁਹਾਡੇ ਅੰਦਰ ਕੀ ਫੀਲ ਹੁੰਦਾ ਹੈ। ਸਭ ਤੋਂ ਪਹਿਲਾਂ ਉਹਨੂੰ ਆਈਡੈਂਟੀਫਾਈ ਕਰਨਾ ਕਿ ਇਹ ਮੈਨੂੰ ਚੈਲੰਜਿੰਗ ਲੱਗ ਰਿਹਾ, ਇਹ ਮੈਨੂੰ ਮੁਸ਼ਕਲ ਲੱਗ ਰਿਹਾ, ਇਹ ਮੈਨੂੰ ਪਤਾ ਨਹੀਂ ਮੈਂ ਕਿੱਥੋਂ ਸ਼ੁਰੂ ਕਰਾਂ। ਤਾਂ ਉੱਥੇ ਇੱਕ ਤੁਹਾਡਾ ਹਲਚਲ ਕੀ ਮਚ ਰਹੀ ਹੈ ਤੁਹਾਡੇ ਦਿਲ 'ਚ, ਸਭ ਤੋਂ ਪਹਿਲਾਂ ਉਹ ਆਈਡੈਂਟੀਫਾਈ ਕਰਨਾ ਜ਼ਰੂਰੀ ਹੈ। ਤਾਂ ਵਨਸ ਵੀ ਆਈਡੈਂਟੀਫਾਈ ਦੀ ਇਮੋਸ਼ਨ, ਦ ਸੈਕਿੰਡ ਥਿੰਗ ਇਜ਼ ਉਸਨੂੰ ਡੀਲ ਕਰਨਾ ਇਮੋਸ਼ਨ ਨੂੰ, ਹੈ ਨਾ। ਜਿਹੜੀ ਇੱਕ ਬੜੀ ਇਫੈਕਟਿਵ ਸਟ੍ਰੈਟਜੀ ਹੈ, ਉਹਨੂੰ ਆਪਾਂ ਟੈਕਨੀਕਲ ਟਰਮ 'ਚ ਰੀਅਪਰੇਜ਼ਲ ਕਹਿੰਦੇ ਆ, ਕਿ ਇਹ ਸਿਚੁਏਸ਼ਨ ਨੂੰ ਮੈਂ ਇਹ ਨੈਗੇਟਿਵਲੀ ਸੋਚ ਰਹੀ ਹਾਂ ਜਾਂ ਨੈਗੇਟਿਵਲੀ ਸੋਚ ਰਿਹਾ ਹੈ, ਤਾਂ ਮੈਂ ਇਸ ਸਿਚੁਏਸ਼ਨ 'ਚ ਕੀ ਪੋਜ਼ਿਟਿਵ ਲੱਭ ਸਕਦੀ ਹੈ, ਜਾਂ ਮੈਂ ਇਸ ਸਿਚੁਏਸ਼ਨਸ ਆਪਣੇ ਲਈ ਕੀ ਐਡਵਾਂਟੇਜ ਦੇਖ ਸਕਦੀ ਹੈ। ਤਾਂ ਇਹ ਰੀਅਪਰੇਜ਼ਲ ਕਰਨਾ ਹੋ ਗਿਆ ਕਿ ਮਤਲਬ ਮੈਂ ਸਿਚੁਏਸ਼ਨ ਨੂੰ ਦੁਬਾਰਾ ਦੇਖਿਆ, ਦੁਬਾਰਾ ਸੋਚਿਆ, ਦੁਬਾਰਾ ਸਮਝਿਆ। ਤਾਂ ਹੁਣ ਆਪਾਂ ਚੇਂਜ ਤਾਂ ਨਹੀਂ ਕਰ ਸਕਦੇ ਸਿਚੁਏਸ਼ਨ ਨੂੰ, ਉਹ ਤਾਂ ਕਰਨਾ ਹੀ ਹੈ ਜਿਹੜਾ ਕੰਮ ਕਰਨਾ ਹੈ, ਬਟ ਆਪਾਂ ਆਪਣੀ ਥਿੰਕਿੰਗ ਨੂੰ ਆਈਡੈਂਟੀਫਾਈ ਕਰਕੇ ਕਿ ਮੇਰੇ ਅੰਦਰ ਕੀ ਚੱਲ ਰਿਹਾ, ਉਹਨੂੰ ਆਈਡੈਂਟੀਫਾਈ ਕਰਕੇ ਇੱਕ ਬੈਟਰ ਆਪਸ਼ਨ ਉੱਥੇ ਮੈਂ ਆਪਣੇ ਆਪ ਨੂੰ ਦੇਵਾਂ ਕਿ ਪੋਜ਼ਿਟਿਵਲੀ ਕੁਝ ਸੋਚਾਂ, ਜਾਂ ਮੈਂ ਉਹਨੂੰ ਕੁਝ ਆਪਣੇ ਲਈ ਐਡਵਾਂਟੇਜ ਕੀ ਹੈ ਇਹਨੂੰ ਖਤਮ ਕਰਕੇ ਰੀਅਪਰੇਸ ਕਰਾਂ। ਇਹਦੇ ਨਾਲ ਫੀਲਿੰਗਸ ਖਤਮ ਤਾਂ ਨਹੀਂ ਹੋ ਜਾਣਗੀਆਂ, ਲੇਕਿਨ ਉਹਨਾਂ ਦੀ ਜਿਹੜੀ ਇੰਟੈਂਸਿਟੀ ਹੈ, ਜਿੰਨਾ ਉਹ ਸਾਨੂੰ ਤਕਲੀਫ ਦੇ ਰਿਹਾ ਜਾਂ ਪੇਨ ਦੇ ਰਿਹਾ ਜਾਂ ਨੈਗੇਟਿਵਿਟੀ ਉਹਦੇ ਕਰਕੇ ਹੈ, ਉਹ ਥੋੜ੍ਹੀ ਜਿਹੀ ਆਪਾਂ ਘਟਾ ਸਕਦੇ ਹਾਂ। ਤੁਸੀਂ ਆਇਡੈਂਟੀਫਾਈ ਕਰਨ ਦੀ ਗੱਲ ਕੀਤੀ, ਮੈਨੂੰ ਲੱਗਦਾ ਜੇ ਆਪਾਂ ਆਇਡੈਂਟੀਫਾਈ ਜਦੋਂ ਆਪਾਂ ਕਰ ਰਹੇ ਹਾਂ, ਉਸ ਤੋਂ ਪਹਿਲੇ ਜਿਵੇਂ ਕਹਿੰਦੇ ਨੇ ਇੱਕ ਕਿਸੇ ਨੂੰ ਡਰਿੰਕ ਕਰਨ ਦੀ ਬਹੁਤ ਆਦਤ ਹੋਵੇ, ਤਾਂ ਪਹਿਲੇ ਮੰਨ ਲੈਣਾ ਜ਼ਰੂਰੀ ਹੈ ਕਿ ਮੈਂ ਡਰਿੰਕ ਕਰ ਰਿਹਾ। ਅਦਰਵਾਈਜ਼ ਤਾਂ ਬਹਾਨੇ ਬਹੁਤ ਨੇ ਕਿ ਫਰੈਂਡਸ ਨੇ ਜ਼ੋਰ ਲਗਾਤਾ ਸੀ, ਜਾਂ ਓਕੇਜ਼ਨ ਇਸ ਤਰ੍ਹਾਂ ਦਾ ਸੀ, ਜਾਂ এনवायरमेंट। ਜੇ ਅਸੀਂ ਰੈਕਗਨਾਈਜ਼ ਕਰ ਲਈਏ ਕਿ ਅਸੀਂ ਵਾਕਈ ਦੇ ਵਿੱਚ ਕੰਮ ਨੂੰ ਟਾਲ ਰਹੇ ਹਾਂ, ਤੇ ਅਸੀਂ ਬਿਜ਼ੀ ਹਾਂ ਨਹੀਂ ਇੰਨੇ, ਬਟ ਅਸੀਂ ਆਪਣੇ ਆਪ ਕਿਤੇ ਨਾ ਕਿਤੇ ਸਾਡੇ ਅੰਦਰ ਕੁਝ ਪ੍ਰੋਸੈਸ ਚੱਲ ਰਹੀ ਹੈ, ਰਾਈਟ। ਤੇ ਪਹਿਲਾਂ ਜੇ ਆਪਾਂ ਰੈਕਗਨਾਈਜ਼ ਕਰ ਲਈਏ ਇਸ ਗੱਲ ਨੂੰ, ਸ਼ਾਇਦ ਉਹ ਥੋੜੀ ਮਦਦ ਕਰ ਸਕਦੀ ਹੈ। ਬਿਲਕੁਲ, ਸਭ ਤੋਂ ਪਹਿਲਾਂ ਤਾਂ ਇੰਟੈਂਸ਼ਨ ਹੀ ਚਾਹੀਦੀ ਹੈ ਨਾ, ਕਿ ਆਪਾਂ ਜੇ ਕੁਝ ਲਿਖਣਾ ਹੈ ਤਾਂ ਪਹਿਲੇ ਇੰਟੈਂਸ਼ਨ ਤਾਂ ਪੈਨ ਨੂੰ ਚੁੱਕਣਾ ਹੀ ਹੋਣਾ ਚਾਹੀਦੀ ਹੈ ਨਾ। ਤਾਂ ਉਹ ਮੈਂ ਇੱਕ ਸਟੈਪ ਕਰ ਲਿਆ, ਤਾਂ ਮੈਂ ਅੱਗੇ ਅਸੀਂ ਚੇਂਜ ਨਹੀਂ ਕਰ ਸਕਦੇ ਜਿਹਨੂੰ ਅਸੀਂ ਆਈਡੈਂਟੀਫਾਈ, ਸਾਨੂੰ ਪਤਾ ਹੀ ਨਹੀਂ ਹੈ ਪ੍ਰੋਬਲਮ ਹੈ ਮੇਰੇ 'ਚ, ਤਾਂ ਅਸੀਂ ਕੀ ਚੇਂਜ ਕਰਨਾ ਹੈ। ਤਾਂ ਫਰਸਟ ਇਜ਼ ਇੰਟੈਂਸ਼ਨ ਹੋਣੀ ਚਾਹੀਦੀ ਹੈ, ਆਈਡੈਂਟੀਫਿਕੇਸ਼ਨ। ਇਮੋਸ਼ਨਸ ਆਪਾਂ ਬਹੁਤ ਡਿਫਿਕਲਟ ਫਾਈਂਡ ਕਰਦੇ ਹਾਂ ਕਿ ਮੈਂ ਆਈਡੈਂਟੀਫਾਈ ਕਰ ਸਕਾਂ ਆਪਣੀ ਇਮੋਸ਼ਨ। ਜਿਸ ਤਰ੍ਹਾਂ ਆਪਣੇ ਸੈਸ਼ਨ 'ਚ ਮੈਂ ਪੁੱਛਦੀ ਹਾਂ, ਹਾਊ ਆਰ ਯੂ ਫੀਲਿੰਗ ਅਬਾਊਟ ਦਿਸ, ਤਾਂ ਉਹ ਇਹ ਕਹਿੰਦੇ, ਤਾਂ ਉਹ ਸਿਚੁਏਸ਼ਨ ਡਿਸਕ੍ਰਾਈਬ ਕਰਦੇ ਨੇ। ਤਾਂ ਮਤਲਬ ਆਪਾਂ ਆਪਣੇ ਇਮੋਸ਼ਨਸ ਨੂੰ ਆਈਡੈਂਟੀਫਾਈ ਵੀ ਨਹੀਂ ਕਰਨਾ ਚਾਹੁੰਦੇ ਕਿ ਮੈਂ ਗੁੱਸੇ ਹੈ, ਜਾਂ ਮੈਂ ਫਰਸਟ੍ਰੇਟਿਡ ਹੈ, ਜਾਂ ਇਹ ਮੈਨੂੰ ਆਪਣੇ ਤੇ ਸੈਲਫ ਡਾਊਟ ਹੋ ਰਿਹਾ ਹੈ, ਜਾਂ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕਿੱਥੋਂ, ਆਈ ਐਮ ਕਨਫਿਊਜ਼ਡ। ਤਾਂ ਇਹ ਸਾਡੀ ਟਰਮੀਨੋਲੋਜੀ ਹੈ ਨਾ, ਆਪਾਂ ਨੂੰ ਵਧਾਉਣੀ ਆਈ ਥਿੰਕ ਚਾਹੀਦੀ ਹੈ ਕਿ ਆਪਾਂ ਆਪਣੀ ਇਮੋਸ਼ਨਸ ਨੂੰ ਰੈਕਗਨਾਈਜ਼ ਕਰੀਏ ਕਿ ਮੈਂ ਫੀਲ ਕਿਸ ਤਰ੍ਹਾਂ ਕਰ ਰਿਹਾ ਪਹਿਲੇ। ਵਨਸ ਵੀ ਫੀਲ ਇਟ, ਤਾਂ ਆਪਾਂ ਉਹਨੂੰ ਰੀਅਪਰੇਜ਼ ਕਰੀਏ ਕਿ ਇੱਕ ਕੁਝ ਪੋਜ਼ਿਟਿਵ ਪੁਆਇੰਟ ਉਹਦੇ 'ਚ ਆਪਾਂ ਪੋਜ਼ਿਟਿਵ ਜਾਂ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੀਏ। ਉਹਦੇ 'ਚ ਆਪਾਂ ਇੰਟੈਂਸ਼ਨ ਪਾਈਏ ਕਿ ਇਹ ਮੈਨੂੰ ਕਿਸ ਤਰ੍ਹਾਂ ਐਡਵਾਂਟੇਜ ਦੇ ਕੇ ਜਾਏਗਾ ਜੇ ਮੈਂ ਇਹ ਕੰਮ ਸਟਾਰਟ ਕਰਾਂ। ਯਾਨੀ ਕਿਤੇ ਨਾ ਕਿਤੇ ਆਪਣੇ ਆਪ ਨਾਲ ਗੱਲਬਾਤ ਕਰਨਾ ਕਿ ਚਲੋ ਉਠੋ। ਮੈਂ ਕਿਤੇ ਨਾ ਪੜ੍ਹ ਰਹੀ ਸੀ ਕਿ ਇੱਕ 2 ਮਿੰਟ ਰੂਲ ਹੈ, ਡੇਵਿਡ ਐਲਨ ਦੀ ਕਿਤਾਬ ਹੈ ਗੈਟਿੰਗ ਥਿੰਗਸ ਡਨ। ਉਹਨਾਂ ਨੇ ਉਸ ਕਿਤਾਬ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਕੋਈ ਵੀ ਕੰਮ ਜੋ 2 ਮਿੰਟ ਤੋਂ ਘੱਟ ਦੇ ਵਿੱਚ ਹੋ ਜਾਏ, ਪੋਸੀਬਿਲਿਟੀ ਹੈ, ਤੇ ਉਹਨੂੰ ਨਾ ਛੱਡੋ ਨਾ, ਉਹਨੂੰ ਆਪਣੇ ਆਪ ਨੂੰ ਕਹੋ ਕਿ ਚੱਲ ਹੁਣੇ ਖਤਮ ਕਰ ਇਹਨੂੰ। ਰਾਈਟ, ਇਟ ਕੈਨ ਹੈਲਪ। ਬਿਲਕੁਲ। ਔਰ ਇਹਦੇ ਨਾਲ ਹੀ ਸਾਡਾ ਇੱਕ ਹੋਰ ਸਟ੍ਰੈਟਜੀ ਹੈ ਸਟਾਰਟਿੰਗ ਰਿਚੁਅਲ, ਜਿਹਨੂੰ ਕਹਿੰਦੇ ਆ। ਕਈ ਵਾਰੀ ਸਾਨੂੰ ਸਟਾਰਟ ਕਰਨ 'ਚ ਹੀ ਪ੍ਰੋਬਲਮ ਹੈ, ਉੱਠ ਮਨਾ ਅਸੀਂ ਕਹਿੰਦੇ ਰਹਿੰਦੇ ਹੈ ਨਾ। ਤਾਂ ਇਹ ਇੱਥੋਂ ਹੀ ਸਟਾਰਟ ਹੋਇਆ 5 ਸੈਕਿੰਡ ਰੂਲ, ਇਹਨੂੰ ਆਪਾਂ ਕਹਿੰਦੇ ਆ ਕਿ ਜਿਸ ਤਰ੍ਹਾਂ ਹੀ ਤੁਹਾਨੂੰ ਕਿ ਇਹ ਇੱਕ ਸਪੈਸ਼ਲੀ ਅਨਪਲੇਜ਼ੈਂਟ ਟਾਸਕ, ਹੁਣੇ ਮੈਨੂੰ ਇਹ ਕਰਨ ਦਾ ਇਹ ਸ਼ਵਲ ਕਰਨ ਦਾ ਮੇਰਾ ਮਨ ਨਹੀਂ ਹੈ, ਅਨਪਲੇਜ਼ੈਂਟ ਹੈ, ਹੁਣ ਠੰਡ ਜਾਣਾ ਪਊਗਾ, ਇੰਨੀ ਜੈਕਟ ਪਾਓ, ਗਲਵਸ ਪਾਣੇ ਪੈਣਗੇ। ਤਾਂ ਜਿਸ ਤਰ੍ਹਾਂ ਹੀ ਤੁਹਾਡੇ ਮਨ 'ਚ ਇੰਟੈਂਸ਼ਨ ਆਈ, ਚਲੋ ਸ਼ਵਲਿੰਗ ਕਰ ਆਈਏ, ਚਲੋ ਗ੍ਰਾਸ ਨੂੰ ਆਪਾਂ ਕੱਟ ਕਰ ਲਈਏ, right away start counting downwards, right? 5 4 3 2 1 0 and go, right? ਤਾਂ ਜਿਸ ਤਰ੍ਹਾਂ ਹੀ ਤੁਸੀਂ ਇਹ ਗੋ ਆਪਣੇ ਆਪ ਨੂੰ ਕਿਹਾ, ਉੱਠੋ, ਫਿਜ਼ੀਕਲੀ ਤੁਸੀਂ ਉੱਠੋ ਤੇ ਇਹਦੇ 'ਚ ਇੰਗੇਜ ਹੋ ਕੰਮ 'ਚ। ਨਹੀਂ ਤਾਂ ਸਾਡਾ ਬ੍ਰੇਨ ਫਿਰ ਤੋਂ ਸਾਨੂੰ ਟ੍ਰਿਕ ਕਰਨਾ ਸ਼ੁਰੂ ਕਰ ਦਿੰਦਾ ਕਿ ਕਿਉਂ ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਤਾਂ ਇਹ ਜਿਹੜਾ ਆਪਾਂ ਫਿਜ਼ੀਕਲ ਐਕਸ਼ਨ ਲੈਣਾ ਹੈ 5 4 3 2 1 go, ਇਹ ਆਪਾਂ ਇੰਟੈਂਸ਼ਨਸ ਨੂੰ ਆਪਣੀ ਮੋਸ਼ਨ 'ਚ ਕਰਨ ਲਈ ਕਰ ਰਹੇ ਹਾਂ।
ਜਿਹੜਾ ਸਾਡਾ ਇਨਰਸ਼ੀਆ ਹੈ, ਜਿਹੜੇ ਅਸੀਂ ਬੈਠੇ ਹਾਂ ਉਸ ਨੂੰ ਬ੍ਰੇਕ ਕਰਨ ਨੂੰ ਕਰ ਰਹੇ ਹਾਂ। ਤਾਂ ਇਹ ਤੁਹਾਡੇ 2 ਸੈਕਿੰਡਸ ਦੇ ਰੂਲ ਤੋਂ ਹੀ ਇਹ 5 ਸੈਕਿੰਡ ਰੂਲ ਆਇਆ ਹੈ ਕਿ ਉੱਠ ਜਾਓ, ਫਿਜ਼ੀਕਲੀ ਕਾਊਂਟ ਐਂਡ ਫਿਜ਼ੀਕਲੀ ਗੈਟ ਅਪ। ਤੇ ਜੇ ਇਸ ਤਰ੍ਹਾਂ ਹੋ ਜਾਏ ਕਿ 5 4 3 2 1 ਗੋ ਦੀ ਜਗ੍ਹਾ 100 ਹੋ ਜਾਏ ਤਾਂ ਫਿਰ ਤੁਹਾਨੂੰ ਜਾਣਾ ਪੈਣਾ ਕਿਸੇ ਕੋਲ, ਕਿਸੇ ਪ੍ਰੋਫੈਸ਼ਨਲ ਫਿਰ ਐਕਸਪਰਟ ਦੀ ਜ਼ਰੂਰਤ ਹੈ। ਰਾਈਟ। ਔਰ ਦੂਜਾ ਆਪਾਂ ਇਹ ਕਹਿੰਦੇ ਬਿਗਰ ਬੈਟਰ ਆਫਰ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਆਪਾਂ ਸ਼ਾਰਟ ਟਰਮ ਰਿਵਾਰਡ ਦਾ ਕੀ ਹੈ, ਆਪਾਂ ਇੰਜੋਇਮੈਂਟ ਸ਼ਾਰਟ ਟਰਮ ਲੱਭ ਰਹੇ ਨਾ, ਤਾਂ ਯੂਜੂਲੀ ਸਾਡੇ ਬ੍ਰੇਨ ਨੂੰ ਆਪਾਂ ਕੁਝ ਬਿਗਰ ਰਿਵਾਰਡ ਲਈ ਦੇ ਨਾਲ ਟ੍ਰਿਕ ਕਰੀਏ। ਜਿਸ ਤਰ੍ਹਾਂ ਬਿਗਰ ਰਿਵਾਰਡ ਹੈ ਕਿ ਅੱਛਾ ਇਹ ਖਤਮ ਕਰਕੇ ਮੈਂ ਵਾਕ ਤੇ ਜਾਣਾ ਹੈ, ਜਾਂ ਇਹ ਖਤਮ ਕਰਕੇ ਮੈਂ ਗਾਣਾ ਸੁਣ ਸਕਤੀ ਹਾਂ, ਇਹ ਖਤਮ ਕਰਕੇ ਮੈਂ ਮੂਵੀ ਦੇਖ ਸਕਤੀ ਹਾਂ, ਜੋ ਇਹ ਖਤਮ ਕਰਕੇ ਮੈਂ ਆਪਣੇ ਫਰੈਂਡ ਨੂੰ ਫੋਨ ਕਰਨਾ ਹੈ। ਤਾਂ ਜਿਹੜਾ ਆਪਣੇ ਬ੍ਰੇਨ ਨੂੰ ਨਾ ਬਿਗਰ ਰਿਵਾਰਡ ਦਈਏ ਤਾਂ ਕਿ ਆਪਾਂ ਟ੍ਰਿਕ ਕਰ ਸਕੀਏ ਕਿ ਵੰਸ ਯੂ ਫਿਨਿਸ਼ ਦਿਸ ਅਨਪਲੇਜ਼ੈਂਟ ਜੌਬ, ਇਹ ਜਿਹੜਾ ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ, ਇਹ ਕਰਕੇ ਮੈਂ ਆਪਣੇ ਆਪ ਨੂੰ ਰਿਵਾਰਡ ਕਰਨਾ ਹੈ, ਕਿਉਂਕਿ ਸਾਡੇ ਬ੍ਰੇਨ ਨੂੰ ਉਹ ਰਿਵਾਰਡ ਸਾਈਕਲ ਚਾਹੀਦਾ ਹੈ ਜੀ, ਹੈ ਨਾ। ਤਾਂ ਆਪਣੇ ਬ੍ਰੇਨ ਨੂੰ ਬਿਗਰ ਬੈਟਰ ਆਫਰ ਦੇਣਾ ਆਪਾਂ ਉੱਥੇ ਕਿ ਜੇ ਤੁਸੀਂ ਇਹ ਕੰਮ ਖਤਮ ਕਰ ਲਿਆ ਮੈਂ ਇਸ ਤਰ੍ਹਾਂ ਰਿਵਾਰਡ ਕਰੂੰਗੀ, ਹੈ ਨਾ। ਸਪੈਸ਼ਲੀ ਸਟੂਡੈਂਟਸ ਲਈ ਹੁੰਦਾ ਹੈ ਕਿ ਜਿਸ ਤਰ੍ਹਾਂ ਅਸਾਈਨਮੈਂਟ ਖਤਮ ਕਰਕੇ ਸ਼ਾਪਿੰਗ ਆਪਣੇ ਫਰੈਂਡਸ ਨਾਲੇ ਵੀਕਐਂਡ ਤੇ ਆਪਾਂ ਸ਼ਾਪਿੰਗ ਆਪਣੇ ਆਪ ਨੂੰ ਰਿਵਾਰਡ ਕੀਤੀ, ਤਾਂ ਕੁਝ ਬਿਗਰ ਆਪਣੇ ਆਪ ਨੂੰ ਰਿਵਾਰਡ ਦਈਏ ਉੱਥੇ। ਗਾਇਤਰੀ, ਆਪਾਂ ਸਟ੍ਰੈਟਜੀਜ਼ ਦੀ ਗੱਲ ਕਰ ਰਹੇ ਸੀ। ਹਾਂਜੀ। ਤੇ ਸਾਡੇ ਕੋਲ ਸਾਡੇ ਲਿਸਨਰ ਸੰਜੀਵ ਕੈਟ ਜੀ ਨੇ ਵੀ ਬਹੁਤ ਸਾਰੇ ਮੈਸੇजेस ਆਏ ਨੇ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਪ੍ਰੋਬਲਮ ਨੂੰ ਰੈਕਗਨਾਈਜ਼ ਕਰਨਾ ਪਹਿਲਾ ਸਟੈਪ ਹੈ। ਫਿਰ ਉਹਨਾਂ ਨੇ ਕਿਹਾ ਕਿ ਲਿਖ ਲੈਣਾ ਚਾਹੀਦਾ ਜੋ ਚੀਜ਼ਾਂ ਸਾਡੇ ਵਾਸਤੇ ਕਰਨੀਆਂ ਜ਼ਰੂਰੀਆਂ ਨੇ, ਥਿੰਗਸ ਟੂ ਡੂ। ਫਿਰ ਉਹਨਾਂ ਨੂੰ ਟਿਕ ਕਰਦੇ ਰਹਿਣਾ ਚਾਹੀਦਾ ਕਿ ਇਹ ਹੋ ਗਿਆ, ਇਹ ਹੋ ਗਿਆ। ਐਕਚੁਅਲੀ ਇਹ ਆਪਣੇ ਆਪ ਨੂੰ ਇੱਕ ਰਿਵਾਰਡ ਦੇਣਾ ਹੈ ਕਿ ਜਦੋਂ ਆਪਾਂ ਟਿਕ ਲਗਾਉਂਦੇ ਹਾਂ ਨਾ। ਰਾਈਟ। ਤੇ ਇੱਕ ਨਾ ਮੈਂ ਥੋੜ੍ਹਾ ਜਿਹਾ ਟੌਪਿਕ ਤੋਂ ਹਟ ਕੇ ਗੱਲ ਹੋ ਜਾਏਗੀ। ਵੱਡਿਆਂ ਦਾ ਐਡਲਟਸ ਦਾ ਇੱਕ ਪ੍ਰੋਗਰਾਮ ਸੀਗਾ ਤੇ ਉੱਥੇ ਵੱਡਿਆਂ ਨੂੰ ਕੁਛ ਨਹੀਂ, ਸਿਰਫ ਸਟਿੱਕਰਸ ਮਿਲ ਰਹੇ ਸੀ। ਅਗਰ ਫੋਰ ਐਗਜ਼ਾਮਪਲ ਨੰਬਰਸ ਲਿਖਣੇ ਆ 2 4 8, ਮੈਂ ਪਹਿਲਾਂ ਲਿਖ ਲਏ, ਮੈਨੂੰ ਸਟਿੱਕਰ ਮਿਲਿਆ। ਤੇ ਉਹ ਜੋ ਵੱਡੇ ਸਾਰੇ ਐਡਲਟਸ ਨੇ ਤੇ ਉਹ ਜਿੱਤਣ ਦੀ ਇੰਨੀ ਕੋਸ਼ਿਸ਼ ਲੱਗੀ ਹੋਈ ਸੀ ਨਾ। ਰਾਈਟ। ਤੇ ਇਟਸ ਕਾਈਂਡ ਆਫ ਅ ਰਿਵਾਰਡ ਕਿ ਜਦੋਂ ਤੁਸੀਂ ਟਿਕ ਲਗਾਉਂਦੇ ਹੋ ਤੁਹਾਨੂੰ ਆਪਣੇ ਅੰਦਰ ਬਹੁਤ ਖੁਸ਼ੀ ਮਿਲਦੀ ਹੈ ਕਿ ਮੈਂ ਇਹ ਕੰਮ ਕਰ ਲਿਆ। ਬਿਲਕੁਲ, ਕਿਉਂਕਿ ਉਹ ਵਿਜ਼ੂਅਲੀ ਮੋਟੀਵੇਟਿੰਗ ਹੈ। ਜਿਸ ਤਰ੍ਹਾਂ 10 ਟਾਸਕ ਲਿਖੇ ਹਾਂ, ਉੱਤੇ ਆਪਾਂ ਦਿਨ ਖਤਮ ਹੁੰਦੇ 7 8 ਕੀਤੇ, ਤਾਂ ਇਟਸ ਅ ਰਿਵਾਰਡਿੰਗ ਥਿੰਗ ਕਿ ਮੈਂ 10 ਚੋਂ 8 ਕਰ ਲਿੱਤੇ। ਯੂਜੂਅਲੀ ਨਹੀਂ ਤਾਂ ਅਸੀਂ ਕਹਿੰਦੇ ਆ ਅੱਜ ਤਾਂ ਸਾਰਾ ਦਿਨ ਮੇਰਾ ਬਿਲਕੁਲ ਹੀ ਖਰਾਬ ਗਿਆ, ਕੁਛ ਨਹੀਂ ਕੰਮ ਕੀਤਾ, ਬਟ ਜਦ ਅਸੀਂ ਰਾਈਟ ਡਾਊਨ ਉਹਨੂੰ ਕਰਦੇ ਹਾਂ ਤਾਂ ਆਪਾਂ ਵਿਜ਼ੂਅਲੀ ਦੇਖ ਸਕਦੇ ਹਾਂ। ਇੱਕ ਐਨਾਲਿਸਿਸ ਹੈ ਸਾਡੇ ਸਾਹਮਣੇ ਕਿ 10 ਚੋਂ ਮੈਂ 8 ਕਰ ਲਿੱਤੇ ਯਾਰ। ਹਾਂ, ਇਟਸ ਅ ਬਿਗ ਡੀਲ। 2 ਹੀ ਰਹਿ ਗਏ, ਕੋਈ ਨਹੀਂ, ਕੱਲ ਕਰਾਂਗੇ। ਹਾਂ, ਕੱਲ ਨਵੀਂ ਲਿਸਟ ਬਣੇਗੀ, ਕੱਲ ਫੇਰ ਕਰਾਂਗੇ। ਤਾਂ ਇਟਸ ਵਿਜ਼ੂਅਲੀ ਰਿਵਾਰਡਿੰਗ ਟੂ। ਐਗਜ਼ੈਕਟਲੀ। ਯਾ ਬਿਲਕੁਲ। ਤਾਂ ਦੂਜੀ ਸਟ੍ਰੈਟਜੀ ਇਹ ਹੈ, ਜ਼ਰੂਰ ਆਪ ਲਿਖਣਾ ਟਾਈਮ ਮੈਨੇਜਮੈਂਟ, ਇਹ ਟਾਈਮ ਮੈਨੇਜਮੈਂਟ ਜਾਂਦਾ। ਤਾਂ ਕਈ ਵਾਰੀ ਲਿਖਣ 'ਚ ਆਪਾਂ ਕੀ ਕਰ ਸਕਦੇ ਹਾਂ, ਹਾਈ ਪ੍ਰਾਇੋਰਟੀ ਕੰਮਾਂ ਨੂੰ ਉੱਤੇ ਲਿਖੀਏ ਅਸੀਂ ਕਿ ਇਹ ਅਰਜੈਂਟ ਕੰਮ ਹੈ, ਇਹ ਇੰਪੋਰਟੈਂਟ ਕੰਮ ਹੈ, ਇਹਨਾਂ ਨੂੰ ਉੱਤੇ ਰੱਖੋ ਤੇ ਨੀਚੇ ਲੋ ਪ੍ਰਾਇੋਰਟੀ ਦੇ ਕੰਮ ਰੱਖੋ। ਤਾਂ ਇਹ ਇੱਕ ਹੋਰ ਸਟ੍ਰੈਟਜੀ ਹੈਗੀ। ਤਾਂ ਯੂਜੂਅਲੀ ਆਪਾਂ ਕਹਿੰਦੇ ਹਾਂ ਐਕੈਡੈਮਿਕ ਪ੍ਰੋਕ੍ਰੈਸਟੀਨੇਸ਼ਨ ਦੇ ਲਈ ਕਨਸੈਂਟਰੇਟਿਡ ਵਰਕ ਟਾਈਮ। ਇਹ ਕੀ ਹੈ ਕਿ ਤੁਸੀਂ 25 ਮਿੰਟ ਕਨਸੈਂਟਰੇਟਿਡ ਵਰਕ ਟਾਈਮ ਕਰਨਾ ਹੈ, ਤਾਂ ਉਸ ਤੋਂ ਬਾਅਦ 5 ਮਿੰਟ ਦੀ ਬ੍ਰੇਕ ਲੈਣੀ ਹੈ, ਤਾਂ ਉਸ ਤੋਂ ਬਾਅਦ ਫਿਰ 25 ਮਿੰਟ ਦਾ ਕਨਸੈਂਟਰੇਟਿਡ ਵਰਕ ਟਾਈਮ, 5 ਮਿੰਟ ਦੀ ਬ੍ਰੇਕ। ਤਾਂ ਇਸ ਤਰ੍ਹਾਂ ਦੇ 4 ਸਾਈਕਲ ਤੁਸੀਂ ਕੰਪਲੀਟ ਕਰੋ। ਤਾਂ ਚੌਥਾ 25 ਮਿੰਟ ਦੇ ਕੰਮ ਤੋਂ ਬਾਅਦ ਅਸੀਂ ਲੌਂਗਰ ਬ੍ਰੇਕ ਲੈ ਸਕਦੇ ਹਾਂ। ਤਾਂ ਈਵਨ ਇਫ ਆਪਾਂ ਕਹਿੰਦੇ ਹਾਂ ਜੇ ਅਸੀਂ 4 ਸਾਈਕਲ ਨਾ ਵੀ ਪੂਰੇ ਕੀਤੇ 25 ਮਿੰਟ ਦੇ, ਜੇ 2 ਵੀ ਕੀਤੇ ਤਾਂ ਵੀ ਗੈਟ ਡਨ 50 ਮਿੰਟਸ ਦਾ ਕੰਮ, ਹੈ ਨਾ। ਤਾਂ ਸ਼ਾਰਟ ਟਰਮ ਰਿਵਾਰਡ ਆਪਣੇ ਅਸੀਂ ਬ੍ਰੇਨ ਨੂੰ ਦਿੱਤਾ, ਕਨਸੈਂਟਰੇਟਿਡ ਵਰਕ ਕੀਤਾ, ਸ਼ਾਰਟ ਟਰਮ ਰਿਵਾਰਡ ਦਿੱਤਾ, ਕਨਸੈਂਟਰੇਟਿਡ ਵਰਕ ਕੀਤਾ, ਸ਼ਾਰਟ ਟਰਮ ਰਿਵਾਰਡ ਦਿੱਤਾ। ਤਾਂ ਇਹ ਇੱਕ ਸਟਾਰਟਿੰਗ ਟਰਬਲ ਕਿ ਚਲੋ 25 ਮਿੰਟ ਹੀ ਤਾਂ ਹੈ, ਜ਼ਿਆਦਾ ਨਹੀਂ ਕਰ ਰਹੇ ਆਪਾਂ, ਹੈ ਨਾ। ਤਾਂ ਇਹ ਬ੍ਰੇਨ ਨੂੰ ਆਪਾਂ ਫੇਰ ਇੰਗੇਜ ਕਰ ਰਹੇ ਹਾਂ। ਜਿਹੜਾ ਸਾਡਾ ਸਟਾਰਟਿੰਗ ਟਰਬਲ ਸਾਨੂੰ ਹੋ ਰਹੀ ਹੈ ਉਹਨੂੰ ਓਵਰਕਮ ਕਰਨ ਦੇ ਲਈ ਜਸਟ ਟ੍ਰਿਕ ਯੂਰ ਬ੍ਰੇਨ। 25 ਮਿੰਟ ਹੀ ਤਾਂ ਕਰਨਾ, ਫਿਰ ਆਪਾਂ ਬ੍ਰੇਕ ਲੈਣੀ ਹੈ, ਕਨਸੈਂਟਰੇਟ ਕਰਨਾ ਉੱਥੇ, ਹੈ ਨਾ। ਹੋਰ ਅਸੀਂ ਗੱਲ ਕਰਾਂਗੇ ਅੱਗੇ ਕਿ ਕਈ ਵਾਰੀ ਸਾਨੂੰ ਬਹੁਤ ਟੈਂਪਟੇਸ਼ਨਸ ਹੁੰਦੀਆਂ ਸਾਡੇ ਆਸ-ਪਾਸ, ਜਿਹੜੀ ਸਾਨੂੰ ਕਹਿੰਦੀ ਹੈ ਓਕੇ ਇੱਧਰ ਧਿਆਨ ਕਰ ਲਓ, ਇੱਧਰ ਧਿਆਨ ਕਰ ਲਓ। ਉਹਦੀ ਵੀ ਅਸੀਂ ਹਲੇ ਗੱਲ ਕਰਾਂਗੇ। ਤਾਂ ਇੱਕ ਹੋਰ ਐਕਸਰਸਾਈਜ਼ ਜਿਹਨੂੰ ਆਪਾਂ ਕਹਿੰਦੇ ਹਾਂ ਯੂਟਿਲਿਟੀ ਵੈਲਿਊ ਰਾਈਟਿੰਗ ਐਕਸਰਸਾਈਜ਼। ਉਹਦਾ ਮਤਲਬ ਇਹ ਹੈ ਕਿ ਆਪਾਂ ਆਪਣੇ ਲਈ ਲਿਖੀਏ ਆਪਣੇ ਕਿ ਇਸ ਐਕਸਰਸਾਈਜ਼, ਇਹ ਕੰਮ ਖਤਮ ਕਰਕੇ ਮੇਰੇ ਲਈ ਕੀ ਐਡਵਾਂਟੇਜਿਸ ਹੈ। ਆਪਾਂ ਜੇ ਦੇਖਾਂਗੇ ਉਹ ਚਲਾ ਜਾਂਦਾ ਲੌਂਗ ਟਰਮ ਐਡਵਾਂਟੇਜ ਦੀ ਤਰਫ। ਅਸੀਂ ਆਪਣੇ ਬ੍ਰੇਨ ਨੂੰ ਪੁਸ਼ ਕਰ ਰਹੇ ਹਾਂ ਕਿ ਤੁਸੀਂ ਸੋਚੋ ਕਿ ਇਹਦੀ ਐਡਵਾਂਟੇਜ ਕੀ ਹੈ ਜੇ ਮੈਂ ਇਹਨੂੰ ਅੱਜ ਆਪਣਾ ਕੰਮ ਨੂੰ ਖਤਮ ਕਰ ਲਿੱਤਾ। ਰਾਈਟ ਡਾਊਨ ਜਦ ਅਸੀਂ ਕਰਦੇ ਹਾਂ
ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਟੂ ਡੂ ਲਿਸਟ ਹੈ, ਲਿਖੀ ਹੋਈ ਹੈ ਮੇਰੇ ਸਾਹਮਣੇ, ਤਾਂ ਮੈਨੂੰ ਮੋਟੀਵੇਸ਼ਨ ਹੈ। ਤਾਂ ਇਸ ਤਰ੍ਹਾਂ ਹੀ ਜਦ ਮੈਂ ਲਿਖ ਲਈ ਕਿ ਉਹ ਇਹ ਕੰਮ ਖਤਮ ਕਰਨ ਦੇ 4 ਐਡਵਾਂਟੇਜਸ ਹੈਗੇ, ਤਾਂ ਉਹ ਇੱਕ ਸਟਾਰਟ ਕਰਨਾ ਸਾਡੇ ਲਈ ਈਜ਼ੀ ਹੋ ਜਾਂਦਾ ਹੈ। ਜਦ ਅਸੀਂ ਪਰਸਨਲ ਫੁਲਫਿਲਮੈਂਟ ਦੇਖਦੇ ਹਾਂ ਕਿ ਇਹ ਕਰਕੇ ਮੈਨੂੰ ਕੀ ਪਰਸਨਲ ਵੈਲਿਊ ਗੇਨ ਹੋਏਗੀ, ਤਾਂ ਦਿਸ ਇਜ਼ ਅਨਦਰ ਸਟ੍ਰੈਟਜੀ ਦੈਟ ਵੀ ਕੈਨ ਯੂਜ਼। ਦੂਸਰੀ ਆਪਾਂ ਕਹਿੰਦੇ ਹਾਂ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਪਹਿਲਾਂ ਅਸੀਂ ਗੱਲ ਕਰ ਰਹੇ ਸੀ, ਉਹ 4 ਘੰਟੇ ਸਫਾਈ ਕਰਨੀ ਹੈ, ਵੈਕਿਊਮ ਕਰਨਾ, ਆਈ ਕਾਂਟ ਡੂ ਦਿਸ, ਹੈ ਨਾ। ਤਾਂ ਆਪਾਂ ਬੜੇ ਟਾਸਕ ਨੂੰ ਛੋਟੇ ਛੋਟੇ ਟਾਸਕ ਡਿਵਾਈਡ ਕਰੇ, ਜਿਹੜੇ ਆਫਿਸ ਕੰਮ ਕਰਦੇ ਆ। ਸਪੋਜ਼ ਤੁਸੀਂ ਇੱਕ ਪ੍ਰੈਜੈਂਟੇਸ਼ਨ ਬਣਾਉਣੀ ਹੈ, ਤਾਂ ਅੱਜ ਬੈਠਣਾ ਹੈ, ਅੱਜ ਮੈਂ ਬੈਠ ਕੇ ਸਿਰਫ ਮੇਬੀ ਪੁਰਾਣੇ ਈਮੇਲਸ ਪੜ੍ਹਨੇ ਹੈ, ਕੀ ਰਿਕੁਆਇਰਮੈਂਟ ਹੈ ਇਹ ਪੜ੍ਹਨੀ ਹੈ, ਤਾਂ ਇੱਕ ਰਫ ਡਰਾਫਟ ਬਣਾਉਣਾ ਹੈ। ਤਾਂ ਵੱਡਾ ਜਿਹੜਾ ਪ੍ਰੈਜੈਂਟੇਸ਼ਨ ਦਾ ਸਾਡਾ ਜੌਬ ਹੈ, ਅਸੀਂ ਉਹਨੂੰ ਛੋਟੇ ਛੋਟੇ ਕੰਮ 'ਚ ਛੋਟੇ ਸਮਾਲਰ ਚੰਕਸ ਡਿਵਾਈਡ ਕਰ ਲਿੱਤਾ। ਪੂਰੀ ਦੀ ਪੂਰੀ ਕੀ ਆ ਤਾਂ ਅਸੀਂ ਬਣਾ ਨਹੀਂ ਸਕਦੇ, ਕੱਟ ਕੇ ਹੀ ਬਣਾਈ ਜਾਣੀ ਹੈ ਸਬਜ਼ੀ। ਤਾਂ ਉਸ ਬੜੇ ਟਾਸਕ ਨੂੰ ਆਪਾਂ ਛੋਟੇ ਡਿਵਾਈਡ ਕਰ ਲਿਆ। ਤਾਂ ਅੱਜ ਮੈਂ ਇੱਕ ਰਫ ਆਊਟਲਾਈਨ ਬਣਾਈ, ਕੱਲ ਮੈਂ ਬੈਠ ਕੇ 2 ਪੈਰਾਗ੍ਰਾਫ ਲਿਖਣੇ ਹੈ, ਪਰਸੋਂ ਮੈਂ ਉਹਦੇ ਅਗਲੇ 2 ਲਿਖਣੇ ਹੈ। ਤਾਂ ਆਪਾਂ ਇਹਨੂੰ ਛੋਟੇ ਛੋਟੇ ਚੰਕਸ ਡਿਵਾਈਡ ਕਰੀਏ। ਤਾਂ ਹਰ ਛੋਟੇ ਪਾਰਟ ਦੀ ਵੀ ਇੱਕ ਡੈਡਲਾਈਨ ਰੱਖਣੀ ਹੈ ਸੀ ਕਿ ਅੱਜ 4 ਵਜੇ ਤੱਕ ਮੈਂ ਇਹ ਖਤਮ ਕਰ ਦੇਣਾ ਹੈ, ਰਾਈਟ। ਤਾਂ ਅਸੀਂ ਉਹ ਛੋਟਾ ਕੰਮ ਦੇਖਦੇ ਹਾਂ, ਉਹਨੂੰ ਕਰਨਾ ਜ਼ਿਆਦਾ ਈਜ਼ੀ ਹੈ ਬਜਾਏ ਪੂਰੀ ਪ੍ਰੈਜੈਂਟੇਸ਼ਨ ਦੇ। ਜਦ ਅਸੀਂ ਆਪਣੇ ਬ੍ਰੇਨ ਨੂੰ ਸਟਾਰਟ ਕਰਵਾਉਣਾ ਚਾਹੁੰਦੇ ਹਾਂ ਇਸ ਕੰਮ 'ਤੇ, ਤਾਂ ਬ੍ਰੇਕਿੰਗ ਡਾਊਨ ਇਨਟੂ ਸਮਾਲ ਸੈਗਮੈਂਟਸ ਇਜ਼ ਅਨਦਰ ਸਟ੍ਰੈਟਜੀ। ਹੁਣ ਇਹ ਵੀ ਜੋ ਗੱਲ ਮੈਂ ਹੁਣ ਕਹਾਂਗੀ ਉਹ ਤੁਸੀਂ ਮੈਨੂੰ ਲੱਗਦਾ ਵੈਰੀਫਾਈ ਬੈਟਰ ਕਰ ਸਕੋਗੇ। ਮੈਂ ਕਿਤੇ ਪੜ੍ਹਿਆ ਕਿ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ, ਅਗਰ 70% ਤੁਹਾਨੂੰ ਉਸ ਕੰਮ ਦੇ ਬਾਰੇ ਪਤਾ ਹੈ, ਓਨਾ ਹੀ ਰਹਿਣ ਦਿਓ। ਉਹ 30% ਜੋ ਤੁਹਾਨੂੰ ਨਹੀਂ ਪਤਾ, ਉਹਨੂੰ ਅੰਦਰ ਹੀ ਅੰਦਰ ਉਹ ਕਹਿੰਦੇ ਨੇ ਇੱਕ ਚਾਹਤ ਕਿ ਮੈਂ ਇਸ ਕੰਮ ਬਾਰੇ ਜ਼ਿਆਦਾ ਜਾਣਨਾ ਹੈ, ਉਹਨੂੰ ਰਹਿਣ ਦਿਓ ਉੱਥੇ। ਜੇਕਰ ਤੁਸੀਂ ਉਸ ਕੰਮ ਬਾਰੇ 90% ਤੱਕ ਜਾਣ ਲਿਆ, ਤੁਹਾਡਾ ਕੰਮ ਦੇ ਵਿੱਚ ਇੰਟਰਸਟ ਘੱਟ ਜਾਏਗਾ। ਇਹ ਕਿੰਨਾ ਕੁ ਸਹੀ ਹੈ? ਦੋਨੋਂ ਤਰਫ ਜਾ ਸਕਦੀ ਹੈ ਇਹ ਗੱਲ। ਕਈ ਵਾਰੀ ਅਸੀਂ ਜੇ ਅਸੀਂ 30% ਤੇ ਫੋਕਸ ਕਰਨ ਵਾਲੇ ਮਾਈਂਡ ਸੈਟ ਦੇ ਹੈ ਤਾਂ ਅਸੀਂ ਗਏ। ਔਰ ਮੋਸਟ ਆਫ ਅਸ ਹਮ ਇਸ ਤਰ੍ਹਾਂ ਹੀ ਚੱਲਦੇ ਹਾਂ, ਅਸੀਂ ਨੈਗੇਟਿਵ ਤੇ ਜ਼ਿਆਦਾ ਇਹ ਮੈਨੂੰ ਆਉਂਦਾ ਨਹੀਂ ਤਾਂ ਬੈਟਰ ਨਾ ਕਰੋ, ਰਾਈਟ। ਜੇ 70% ਤੁਹਾਨੂੰ ਆਉਂਦਾ ਹੈ ਉੱਤੇ ਸਟਾਰਟ ਕਰੋ। ਤਾਂ ਮੇ ਬੀ ਉਹੀ ਟ੍ਰਿਕ ਆਪਾਂ ਯੂਜ਼ ਕਰ ਸਕਦੇ ਹਾਂ ਕਿ ਰਾਦਰ ਦੈਨ ਇਹ ਮੈਂ 30% ਜਾਣਾ, ਮੈਂ ਇਹਦੇ 'ਚ ਹੋਰ ਕੀ ਵੈਲਿਊ ਐਡੀਸ਼ਨ ਕਰ ਸਕਦੀ ਹਾਂ ਜਿਹੜੇ ਮੇਰੇ ਟਾਈਮ 'ਚ ਵੀ ਵੈਲਿਡ ਹੋਏ, ਜਿਹੜੇ ਮੈਂ ਟਾਈਮ ਨਾਲ ਫੁਲਫਿਲ ਕਰ ਸਕਾਂ। ਤਾਂ ਉਹੀ ਅਗੇਨ ਮਾਈਂਡ ਸੈਟ ਸਾਡਾ ਡਿਪੈਂਡ ਕਰਦਾ ਹੈ ਕਿ ਸਾਡਾ ਅਸੀਂ 70% ਤੇ ਫੋਕਸ ਕਰਦੇ ਹਾਂ ਕਿ ਮੈਂ ਉਹ 30% ਜਿਹੜਾ ਮੈਨੂੰ ਨਹੀਂ ਆਉਂਦਾ ਉਹਨੂੰ ਜਾਣਨ ਦੇ ਚੱਕਰ 'ਚ ਮੈਂ ਇਸ 70% ਨੂੰ ਵੀ ਸੈਬੋਟੇਜ ਕਰ ਦੇਣਾ ਹੈ। ਤਾਂ ਡਿਪੈਂਡ ਕਰੇਗਾ ਕਿਧਰ ਵੀ ਤਰਫ ਤੁਸੀਂ ਟ੍ਰਿਪ ਹੋ ਸਕਦੇ ਹੋ ਉਸ ਕਰਕੇ। ਉਹ ਥਿਨ ਲਾਈਨ ਕਿਹੜੀ ਹੈ ਜਦੋਂ ਲੱਗਦਾ ਹੈ ਕਿ ਨਹੀਂ ਹੁਣ ਜ਼ਿਆਦਾ ਹੋ ਗਿਆ, ਵੀ ਸ਼ੁੱਡ ਗੋ ਟੂ ਐਕਸਪਰਟ? ਜਦ ਤੁਸੀਂ ਇਹ ਕੌਨਸੀਕੁਐਂਸਿਸ ਦੇਖਣ ਲੱਗੋ ਆਪਣੇ ਲਈ, ਜਿਹੜੇ ਕੌਨਸੀਕੁਐਂਸਿਸ ਦੀ ਅਸੀਂ ਗੱਲ ਕੀਤੀ ਹੈ, ਕਿ ਰਾਦਰ ਦੈਨ ਦੇਖੋ ਐਂਗਜ਼ਾਇਟੀ ਜਿਹੜੀ ਹੈ ਜਾਂ ਜਿਹੜੀ ਚਿੰਤਾ ਕਰਨੀ ਹੈ, ਇਹ ਵੀ ਇੱਕ ਤਰ੍ਹਾਂ ਸਾਡੇ ਦੋਸਤ ਹੈ। ਕਿਉਂਕਿ ਜੇ ਮੈਨੂੰ ਐਂਗਜ਼ਾਇਟੀ ਨਹੀਂ ਹੈਗੀ, ਜੇ ਮੈਨੂੰ ਬਿਲਕੁਲ ਹੀ ਚਿੰਤਾ ਨਹੀਂ ਹੈਗੀ, ਕੱਲ ਮੇਰਾ ਐਗਜ਼ਾਮ ਹੈ, ਮੈਨੂੰ ਪੜ੍ਹਨਾ ਹੈ, ਤਾਂ ਆਈ ਜਸਟ ਗਿਵ ਇਟ ਅਪ। ਥੋੜ੍ਹੀ ਬਹੁਤ ਐਂਗਜ਼ਾਇਟੀ ਸਾਡੇ ਲਈ ਜ਼ਰੂਰੀ ਹੈ। ਜੇ ਤੁਹਾਨੂੰ ਨਹੀਂ ਐਂਗਜ਼ਾਇਟੀ, ਉਹ 2 ਵਜੇ ਮੈਂ ਪ੍ਰੋਗਰਾਮ ਸਟਾਰਟ ਕਰਨਾ ਹੈ, ਆਈ ਸ਼ੁੱਡ ਬੀ ਔਨ ਟਾਈਮ, ਤਾਂ ਆਪਾਂ ਡਿਲੀ ਡੈਲੀ ਫੇਰ ਕਰੀ ਜਾਵਾਂਗੇ। ਤਾਂ ਇੱਕ ਲੈਵਲ ਤੱਕ ਜਿਹੜੀ ਐਂਗਜ਼ਾਇਟੀ ਹੈ ਉਹ ਸਾਡੀ ਫਰੈਂਡ ਵੀ ਹੈ, ਸਾਡਾ ਪੋਜ਼ੀਟਿਵ ਕ੍ਰਿਟਿਕ ਵੀ ਹੈ। ਲੇਕਿਨ ਜਦੋਂ ਐਂਗਜ਼ਾਇਟੀ ਇੰਨੀ ਜ਼ਿਆਦਾ ਹੋ ਜਾਏ ਕਿ ਤੁਸੀਂ ਇੰਨਾ ਫੀਲ ਕਰੋ, ਓ ਮਾਈ ਗੋਡ, ਉਹਦੀ ਚਿੰਤਾ 'ਚ ਤੁਸੀਂ ਲੱਗ ਰਹੋ, ਮੈਂ 2 ਵਜੇ ਕੰਮ ਸਟਾਰਟ ਕਰਨਾ, ਮੈਂ 2 ਵਜੇ ਕੰਮ ਸਟਾਰਟ ਕਰਨਾ, ਆਈ ਕੈਨ ਨਾਟ ਫੋਕਸ। ਉਹ ਥਿਨ ਲਾਈਨ ਹੈ ਜਦੋਂ ਤੁਹਾਡੇ ਡੇ ਟੂ ਡੇ ਕੰਮਾਂ ਦੇ ਵਿੱਚ ਇੰਟਰਫੇਅਰ ਕਰੇ ਬਜਾਏ ਤੁਹਾਡੇ ਐਲਾਈ ਹੋਣ ਦੇ, ਤੁਹਾਡੇ ਦੋਸਤ ਹੋਣ ਦੇ। ਦੈਟਸ ਦ ਥਿਨ ਲਾਈਨ ਵੇਅਰ ਯੂ ਹੈਵ ਟੂ ਲੁੱਕ ਆਊਟ। ਜਦੋਂ ਇੰਨੀ ਜ਼ਿਆਦਾ ਹੋ ਜਾਏ ਕਿ ਤੁਹਾਡੀ ਪ੍ਰੋਡਕਟਿਵਿਟੀ ਤੇ ਵੀ ਫਰਕ ਪੈ ਰਿਹਾ ਹੈ, ਤੁਹਾਡੀ ਜੌਬ ਤੇ ਅਸਰ, ਘਰ ਦੇ ਵਿੱਚ ਵੀ ਬਹੁਤ ਸਾਰੀਆਂ, ਫੈਮਿਲੀ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ। ਜੇਕਰ ਆਪਾਂ ਕਹਿ ਦਈਏ ਕਿ ਫੈਮਿਲੀ ਦੇ ਵਿੱਚ ਵੀ ਤੁਸੀਂ ਇਗਨੋਰ ਕਰ ਰਹੇ ਹੋ ਕਿ ਅੱਛਾ ਮੈਂ ਕੱਲ ਕਰ ਦੂੰਗਾ ਜਾਂ ਕਰ ਦੂੰਗੀ, ਮੈਂ ਕੱਲ ਨੂੰ ਆਉਂਦੇ ਹੋਏ ਕਰ ਦੂੰਗੀ, ਜਾਂਦੇ ਹੋਏ ਕਰ ਦੂੰਗੀ, ਤੇ ਉਹ ਕੰਮ ਰਾਈਟ, ਉਹ ਤੁਹਾਡੀ ਪਰਸਨੈਲਿਟੀ ਨਾਲ ਐਸੋਸੀਏਟ ਹੈ। ਤੁਸੀਂ ਮੈਨੂੰ ਪ੍ਰੋਮਿਸ ਕਰ ਰਹੇ ਹੋ, ਕਿੰਨੇ ਦਿਨ ਦੇ ਹੋ ਗਏ ਪ੍ਰੋਮਿਸ ਕਰਦੇ ਹੋਏ, ਇਹ ਕੰਮ ਤੁਸੀਂ ਪੂਰਾ ਨਹੀਂ ਕੀਤਾ, ਤਾਂ ਉਹ ਤੁਹਾਡੀ ਪਰਸਨੈਲਿਟੀ ਨਾਲ ਅਟੈਚ ਹੋ ਜਾਂਦਾ ਹੈ ਕਿ ਤੁਹਾਡੇ ਤੇ ਟਰਸਟ ਕਰਨਾ ਵੀ ਚਾਹੀਦਾ ਕਿ ਨਹੀਂ ਟਰਸਟ ਕਰਨਾ ਚਾਹੀਦਾ, ਰਾਈਟ। ਤਾਂ ਇਹਦੀ ਬਹੁਤ ਅੱਗੇ ਚੱਲ ਕੇ ਫਿਰ ਰਿਲੇਸ਼ਨਸ਼ਿਪ 'ਚ ਡਿਸਐਡਵਾਂਟੇਜ ਜਿਹੜੀ ਆਉਂਦੀ ਹੈ, ਟਰਸਟ ਖਤਮ ਹੋ ਗਿਆ ਤੁਹਾਡੇ ਤੇ ਮੈਂ ਕਿਸ ਤਰ੍ਹਾਂ ਰਿਲਾਈ ਕਰਾਂ। ਆਈ ਫੀਲ ਕਿ ਮੈਂ ਹੀ ਰਿਲੇਸ਼ਨਸ਼ਿਪ 'ਚ ਮੈਂ ਅਕੇਲੇ ਹੀ ਰਿਲੇਸ਼ਨਸ਼ਿਪ ਨੂੰ ਅੱਗੇ ਵਧਾ ਰਹੀ ਹਾਂ, ਤੁਹਾਡੇ ਤੇ ਤਾਂ ਕੋਈ ਰਿਸਪੋਂਸਿਬਿਲਿਟੀ ਨਹੀਂ ਹੈ। ਸੋ ਇਟ ਕ੍ਰੀਏਟਸ ਅ ਲੋਟ ਆਫ ਟਰਬਲ। ਗਾਇਤਰੀ, ਹੁਣ ਟਾਈਮ ਬਹੁਤ ਥੋੜ੍ਹਾ ਰਹਿ ਗਿਆ, ਮੈਂ ਤੁਹਾਡੇ ਤੋਂ ਆਖਰੀ ਸਵਾਲ ਇਹ ਪੁੱਛੂੰਗੀ, ਪ੍ਰੋਕੈਸਟੀਨੇਸ਼ਨ ਨੂੰ ਤੁਸੀਂ ਜੇ ਆਪਾਂ 2 ਮਿੰਟ ਦੇ ਵਿੱਚ ਇਹਨੂੰ ਸਮਰਾਈਜ਼ ਕਰਨਾ ਹੋਵੇ ਤੇ ਕਿਸ ਤਰ੍ਹਾਂ ਕਰਾਂਗੇ?
ਆਪਣੇ ਆਪ ਨੂੰ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਇਹ ਤੁਹਾਡੇ ਕੰਟਰੋਲ 'ਚ ਹੈ ਇਹ ਲੱਗ ਸਕਦਾ ਹੈ ਕਿਉਂਕਿ ਇੰਨਾ ਆਟੋਮੈਟਿਕ ਪ੍ਰੋਸੈਸ ਹੈ ਇਹ ਲੱਗਦਾ ਹੈ ਮੇਰੇ ਤੇ ਕੋਈ ਬਸ ਨਹੀਂ ਹੈ ਲੇਕਿਨ ਆਪਾਂ ਜੇ ਆਪਣਾ ਇੰਟਰਨਲ ਅੰਦਰ ਧਿਆਨ ਕਰੀਏ ਕਿ ਇਸ ਕੰਮ ਦੇ ਬਾਰੇ 'ਚ ਕੀ ਮੈਨੂੰ ਪਿੱਛੇ ਪਾ ਰਿਹਾ ਹੈ ਜੇ ਅਸੀਂ ਉਹ ਫੋਕਸ ਕਰੀਏ ਉਸ ਨੂੰ ਆਪਾਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰੀਏ ਤਾਂ ਬਿਲਕੁਲ ਆਪਾਂ ਅੱਗੇ ਵੱਧ ਸਕਦੇ ਹਾਂ ਲੇਕਿਨ ਜਿਹੜੀ ਸਟ੍ਰੈਟਜੀਜ਼ ਦੀ ਅਸੀਂ ਗੱਲ ਕਰੀ ਆਪਣੇ ਆਪ ਨੂੰ ਪੋਜ਼ਿਟਿਵ ਟਾਕ 'ਚ ਕਿਸ ਤਰ੍ਹਾਂ ਰੱਖਣਾ ਹੈ ਆਪਾਂ ਜਿਸ ਤਰ੍ਹਾਂ ਕਹਿੰਦੇ ਇਹ ਕਰਨਾ ਹੀ ਕਰਨਾ ਆਈ ਸ਼ੁੱਡ ਡੂ ਇਟ ਆਈ ਮਸਟ ਡੂ ਇਟ ਆਪਾਂ ਲੈਂਗੁਏਜ ਕਰੀਏ ਆਈ ਚੂਜ਼ ਟੂ ਡੂ ਇਟ ਤਾਂ ਕਿ ਤੁਹਾਨੂੰ ਲੱਗੇ ਕਿ ਸਿਚੁਏਸ਼ਨ ਤੁਹਾਡੇ ਕੰਟਰੋਲ 'ਚ ਹੈ ਰਾਈਟ ਔਰ ਦੂਸਰੀ ਜਿਹੜੀ ਅੱਜ ਕੱਲ੍ਹ ਦੀ ਸਾਡੀ ਸਭ ਤੋਂ ਵੱਡੀ ਡਿਸਐਡਵਾਂਟੇਜ ਹੈ ਪ੍ਰੋਕ੍ਰੈਸਟੀਨੇਸ਼ਨ ਜਿਹੜੀ ਪ੍ਰੋਬਲਮ ਕਰਦੀ ਹੈ ਉਹ ਹੈ ਡਿਸਟਰੈਕਸ਼ਨਸ ਸੈੱਲ ਫੋਨ ਹੋ ਗਿਆ ਕੰਪਿਊਟਰ ਤੇ 5-6 ਟੈਬ ਖੁੱਲ੍ਹੇ ਇੱਕ YouTube ਦਾ ਇੱਕ ਗਾਣਿਆਂ ਦਾ ਤਾਂ ਇਹ ਟੈਂਪਟੇਸ਼ਨਸ ਨੂੰ ਆਪਾਂ ਅਵੇ ਕਰਕੇ ਇੱਕ ਕਨਸੈਂਟਰੇਟਿਡ ਟਾਈਮ ਤੇ ਕੰਮ ਕਰਨ ਦੀ ਕੋਸ਼ਿਸ਼ ਕਰੀਏ ਤੇ ਉਹਨੂੰ ਰਿਵਾਰਡ ਕਰੀਏ ਤੇ ਮੈਨੂੰ ਲੱਗਦਾ ਜਿਸ ਤਰ੍ਹਾਂ ਨਾਲ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਉਹ ਚੀਜ਼ਾਂ ਨੂੰ ਆਪਣੇ ਆਸ-ਪਾਸ ਰੱਖੋ ਬਿਲਕੁਲ ਬਹੁਤ ਜ਼ਰੂਰੀ ਹੈ ਕਬੀਰ ਦਾ ਦੋਹਾ ਵੀ ਹੈ ਨਾ ਕਾਲ ਕਰੇ ਸੋ ਆਜ करे सो अब पल में परले होएगी बहुरी करेगा कब बिल्कुल और रिपीट करते रहो राइट और जब लगे कि इससे बहुत मुझे प्रॉब्लम आ रही है रिलेशनशिप में तो प्लीज टेक प्रोफेशनल एडवाइस आज का प्रोग्राम हमारा मोर नॉलेज इन्फॉर्मेशन के लिए था लेकिन आप प्लीज प्रोफेशनल्स को कांटेक्ट करें अगर आपको लगता है कि थोड़ी प्रॉब्लम ज़्यादा है जी गायत्री जी ਤੁਹਾਡਾ ਬਹੁਤ ਬਹੁਤ ਸ਼ੁਕਰੀਆ थैंक यू सो मच फॉर हैविंग मी हियर